ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 141 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 8ਵੀਂ ਪੌੜੀ ਲੈ ਰਹੇ ਹਾਂ। ਇਹ ਪਹਿਲੀ ਪਾਤਸ਼ਾਹੀ ਦੀਆਂ ਮਾਝ ਰਾਗ ਦੇ ਵਿੱਚ। ਮਾਈਕ ਬੰਦ ਕਰ ਦੇਣਾ ਜੀ ਪਲੀਜ਼। ਸ਼ਲੋਕ ਮਹੱਲਾ ਪਹਿਲਾ। ਇਹਦੇ ਵਿੱਚ ਮਹਾਰਾਜ ਜਿਹੜੇ ਹੈਗੇ ਆਪਾਂ ਨੂੰ ਕੱਲ੍ਹ ਵੀ ਆਪਾਂ ਨੇ ਜਿਹੜਾ ਹੈ ਗਿਆਨ ਲਿਆ ਸੀਗਾ ਅਤੇ ਮਹਾਰਾਜ ਨੇ ਦੱਸਿਆ ਸੀ ਭਾਈ ਇਹ ਪਰਮਾਰਥ ਦੇ ਰਸਤੇ ਦੇ ਉੱਤੇ ਮੁਸਲਮਾਨ ਅਤੇ ਹਿੰਦੂ ਸਿੱਖ ਈਸਾਈ ਕੁਛ ਨਹੀਂ ਹੈਗੇ, ਸਾਰੇ ਇਨਸਾਨ ਹੈਗੇ ਔਰ ਸਾਰਿਆਂ ਦੇ ਅੰਦਰ ਜਿਹੜੇ ਹੈਗੇ ਗੁਣ ਹੋਣੇ ਚਾਹੀਦੇ ਹੈ। ਜੋ ਇੱਕ ਮੁਸਲਮਾਨ ਦੇ ਵਿੱਚ ਗੁਣ ਹੈਗੇ ਉਹੀ ਗੁਣ ਹਿੰਦੂ ਦੇ ਵਿੱਚ ਚਾਹੀਦੇ, ਉਹੀ ਸਿੱਖ ਦੇ ਵਿੱਚ। ਸਾਰੇ ਇਨਸਾਨ ਜਿਹੜਾ ਵੀ ਹੈਗਾ ਜੇ ਪਰਮਾਰਥ ਦੇ ਰਸਤੇ 'ਤੇ ਮਾਲਕ ਪਰਮਾਤਮਾ ਵੱਲ ਨੂੰ ਯਾਤਰਾ ਕਰਨਾ ਚਾਹੁੰਦਾ ਹੈਗਾ ਅਤੇ ਉਹਦੇ ਅੰਦਰ ਜਿਹੜਾ ਹੈਗਾ ਆਹ ਗੁਣ ਹੋਣੇ ਚਾਹੀਦੇ ਆ ਭਾਈ। ਇਹ ਔਖਾ ਕੰਮ ਹੈਗਾ, ਸੌਖੀ ਕਾਰ ਨਹੀਂ ਹੈਗੀ ਆ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਕਹਿੰਦੇ ਔਖਾ ਕੰਮ ਆ ਪਿਆਰਿਆ ਇਹ ਮੁਸਲਮਾਨ ਕਹਾਉਣਾ। ਦੇਖ ਲਾ ਇੱਛਾ ਹੈਗੀ ਤੇਰੀ ਤੇ ਫਿਰ ਜਿਹੜਾ ਹੈਗਾ ਤਾਂ ਫਿਰ ਇਸ ਪਾਸੇ ਨੂੰ ਤੁਰ ਪਾ ਭਾਈ। ਆਹ ਗੁਣ ਹੈਗੇ, ਮੈਂ ਤੈਨੂੰ ਦੱਸ ਦਿੰਦਾ ਹੈ ਕੀ ਕੁਛ ਕਰਨਾ ਪਊਗਾ ਮੁਸਲਮਾਨ ਕਹਾਉਣ ਦੇ ਵਾਸਤੇ। ਕਹਾਉਣਾ ਪੈਣਾ ਆ, ਗੱਲ ਬਣਨੀ ਨਹੀਂ ਆ ਬਗੈਰ ਇਹਨਾਂ ਗੁਣਾਂ ਦੇ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਜੇ ਗੁਣ ਹੋਣਗੇ ਤੇ ਭਾਈ ਮੁਸਲਮਾਨ ਕਹਾ ਸਕਦਾ ਹੈ, ਨਹੀਂ ਤਾਂ ਕੋਈ ਮੁਸਲਮਾਨ ਨਹੀਂ ਹੈਗਾ ਭਾਈ। ਇਹੀ ਸਿੱਖ ਦੇ ਉੱਤੇ ਹੈ, ਇਹੀ ਹਿੰਦੂ ਦੇ ਉੱਤੇ ਹੈ। ਸਾਰੇ ਜਿਹੜੇ ਵੀ ਭਗਤੀ ਕਰਨਾ ਚਾਹੁੰਦੇ ਆ, ਜਿਹੜੇ ਵੀ ਸਾਧਨਾ ਕਰਨਾ ਚਾਹੁੰਦੇ ਆ ਭਾਈ, ਉਹਨਾਂ ਦੇ ਅੰਦਰ ਆਹ ਗੁਣ ਹੋਣੇ ਚਾਹੀਦੇ ਆ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਅਵਲ ਔਲ ਦੀਨ ਕਰ ਮਿੱਠਾ ਮਸ਼ਕਲ ਮਾਨਾ ਮਾਲ ਮੁਸਾਵੈ। ਸਭ ਤੋਂ ਪਹਿਲਾ ਕਹਿੰਦੇ ਕੰਮ ਇਹ ਹੈਗਾ ਅਵਲ ਔਲ, ਸਭ ਤੋਂ ਫਸਟ ਪ੍ਰਾਇਰਟੀ ਦੀਨ ਕਰ ਮਿੱਠਾ। ਇਹ ਧਰਮ ਦਾ ਰਸਤਾ ਜਿਹੜਾ ਹੈਗਾ, ਇਹ ਭਗਤੀ ਮਾਰਗ ਜਿਹੜਾ ਹੈਗਾ, ਇਹ ਭਗਤੀ ਜਿਹੜੀ ਹੈਗੀ, ਇਹ ਲਿਵ ਵਾਲਾ ਰਸਤਾ ਜਿਹੜਾ ਹੈਗਾ, ਇਹਨੂੰ ਜਿਹੜਾ ਹੈਗਾ ਮਿੱਠਾ ਕਰ। ਮਿੱਠਾ ਕਰਕੇ ਮਨ ਇਸ ਰਸਤੇ ਨੂੰ ਅੰਦਰੋਂ ਜਿਹੜਾ ਹੈਗਾ ਮਨ ਲਗਾ ਕੇ ਇਸ ਰਸਤੇ 'ਤੇ ਤੁਰ। ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ। ਔਰ ਦੇਖ ਜਿਵੇਂ ਮਸਕਲ ਹੁੰਦਾ ਹੈ, ਮਸਕਲ ਕਹਿੰਦੇ ਆ ਉਹ ਰੇਗ ਮਾਲ ਜਿਹੜਾ ਹੁੰਦਾ ਹੈ, ਜਿਹਦੇ ਨਾਲ ਕਿ ਰਗੜ ਕੇ ਆਪਾਂ ਜਿਹੜੇ ਹੈਗੇ ਕੋਈ ਜੰਗ ਜਿਹੜਾ ਹੈਗਾ ਘਸਾ ਕੇ ਜਿਹੜਾ ਹੈਗਾ ਉੱਪਰੋਂ ਜਿਹੜੀ ਹੈਗੀ ਉਹ ਜੰਗ ਵਗੈਰਾ ਜਿਹੜੀ ਹੈਗੀ ਹੈ, ਆਕਸਾਈਡ ਵਗੈਰਾ ਜਿਹੜੇ ਹੁੰਦੇ ਆ ਉਹਨਾਂ ਨੂੰ ਆਪਾਂ ਮਿਟਾ ਦਿੰਦੇ ਹਾਂ। ਇਸ ਤਰੀਕੇ ਦੇ ਨਾਲ ਕਹਿੰਦੇ ਤੇਰੇ ਅੰਦਰ ਮਾਨ, ਤੇਰੇ ਅੰਦਰ ਅਹੰਕਾਰ, ਤੇਰੇ ਅੰਦਰ ਹਉਮੈ, ਇਹਨੂੰ ਮੁਸਾ ਦੇ। ਇਹ ਮਸਕਲ ਮਾਨਾ ਮਾਲ ਮੁਸਾਵੈ, ਇਹਨੂੰ ਮੁਸਾ, ਇਹਨੂੰ ਰਗੜ, ਨਾਮ ਨੂੰ ਰਗੜ ਕੇ ਜਿਹੜਾ ਹੈਗਾ ਇਹਨੂੰ ਮਿਟਾ ਦੇ ਇਹਨੂੰ ਆਪਣੇ ਮਾਨ ਨੂੰ। ਆਹ ਹੈਗੀ ਯਾਤਰਾ, ਆਹ ਹੈਗੀ ਮੁਸਲਮਾਨ ਬਣਨ ਦਾ ਤਰੀਕਾ। ਸਭ ਤੋਂ ਪਹਿਲਾਂ ਇਸ ਮਾਰਗ ਭਗਤੀ ਮਾਰਗ ਨੂੰ ਜਿਹੜਾ ਹੈਗਾ ਮਿੱਠਾ ਕਰਕੇ ਮਨ ਇਸ 'ਤੇ ਪਿਆਰ ਨਾਲ ਤੁਰ। ਹੋਏ ਮੁਸਲਿਮ ਦੀਨ ਮੁਹਾਣੈ ਮਰਨ ਜੀਵਨ ਦਾ ਭਰਮ ਚੁਕਾਵੈ। ਦੇਖ ਮੁਸਲਿਮ ਹੋਣਾ ਆ, ਦੀਨ ਦੇ ਵਾਸਤੇ ਹੋਣਾ ਆ, ਇਹ ਧਰਮ ਦੀ ਖਾਤਰ ਹੋਣਾ ਹੈ। ਜਿੱਥੇ ਧਰਮ ਹੈਗਾ ਉੱਥੇ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਜੁਝ ਜਾ। ਜਿੱਥੇ ਸੱਚ ਹੈਗਾ ਸੱਚ ਦੇ ਉੱਤੇ ਖੜਾ ਹੋ। ਹੋਏ ਮੁਸਲਿਮ ਦੀਨ ਮੁਹਾਣੈ ਮਰਨ ਜੀਵਨ ਦਾ ਭਰਮ ਚੁਕਾਵੈ। ਮਰਨਾ ਜੀਣਾ ਜਿਹੜਾ ਹੈਗਾ ਇਹ ਕੁਛ ਨਹੀਂ ਹੈਗਾ, ਇਹ ਆਤਮਾ ਅਮਰ ਹੈਗੀ ਆ। ਇਹ ਖੇਡ ਚੱਲ ਰਹੀ ਹੈ ਮਾਲਕ ਪਰਮਾਤਮਾ ਦੀ। ਇਹ ਸਾਰਾ ਜਿਹੜਾ ਹੈਗਾ ਜੂਨਾਂ ਦੇ ਵਿੱਚ ਔਰ 84 ਲੱਖ ਜੂਨਾਂ ਜੋ ਵੀ ਮਾਲਕ ਨੇ ਬਣਾਈਆਂ, ਇਹ ਸਾਰਾ ਦਾ ਸਾਰਾ ਭਰਮ ਹੈਗਾ। ਇਹ ਭਰਮ ਨੂੰ ਚੁਕਾ ਦੇ।
ਰੱਬ ਕੀ ਰਜ਼ਾਏ ਮੰਨੇ ਸਿਰ ਉਪਰੇ, ਕਰਤਾ ਮੰਨੇ ਆਪ ਗਵਾਵੇ। ਕਰਤਾ ਮਾਲਕ ਪਰਮਾਤਮਾ ਹੈਗਾ, ਕਰ ਉਹ ਰਿਹਾ ਹੈਗਾ। ਤੂੰ ਜੋ ਸੋਚਦਾ ਹੈ ਉਸ ਤੋਂ ਉਲਟ ਕਰੂਗਾ ਉਹ। ਮਤਾ ਪਕਾਵੇ ਪਸ਼ਚਮ ਕੋ ਪੂਰਬ ਹੀ ਲੈ ਜਾਤ। ਉਹਦੀ ਰਜ਼ਾ ਨੂੰ ਮੰਨ, ਐਕਸੈਪਟ ਕਰ ਮਾਲਕ ਪਰਮਾਤਮਾ ਨੂੰ, ਆਪਣੇ ਆਪ ਨੂੰ, ਆਪਣੀ ਹਉਮੈ ਨੂੰ ਗਵਾ। ਤੋ ਨਾਨਕ ਸਰਬ ਜੀਆਂ ਮਿਹਰਮਤ, ਹੋਏ ਤਾਂ ਮੁਸਲਮਾਨ ਕਹਾਵੇ। ਦੇਖ ਤਾਂ ਜਿਹੜਾ ਹੈਗਾ ਜਿੰਨੇ ਵੀ ਜੀਵ ਹੈਗੇ ਆ ਸਾਰਿਆਂ ਦੇ ਉੱਤੇ ਰਹਿਮ ਕਰਨ ਵਾਲਾ ਹੋਏਗਾ। ਜੇ ਹੋਏਗਾ ਤਾਂ ਫਿਰ ਮੁਸਲਮਾਨ ਕਹਾ। ਤੋ ਨਾਨਕ ਸਰਬ ਜੀਆਂ ਮਿਹਰਮਤ, ਜਦ ਸਾਰੇ ਜੀਵਾਂ ਤੇ ਤੇਰੇ ਰਹਿਮ ਹੋਏਗਾ ਤੇਰੇ ਦਿਲ ਦੇ ਅੰਦਰ, ਹੋਏ ਤਾਂ ਮੁਸਲਮਾਨ ਕਹਾਵੇ, ਤਾਂ ਮੁਸਲਮਾਨ ਕਹਾ ਆਪਣੇ ਆਪ ਨੂੰ। ਚੌਥੀ ਪਾਤਸ਼ਾਹੀ ਜਿਹੜੀ ਹੈਗੀ ਇਸੇ ਨੂੰ ਹੋਰ ਖੋਲ ਰਹੇ ਆ। ਇਸੇ ਰਾਈਮ ਨੂੰ ਚੁਕਾਵੇ, ਧਾਵੇ, ਪਾਵੇ, ਲਾਵੇ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੇ। ਕਹਿੰਦੇ ਦੇਖ ਆ ਖੇਡਿਆ ਮਾਲਕ ਪਰਮਾਤਮਾ ਦੀ ਪਾਈ ਹੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ, ਇਹ ਸਾਰਾ ਮਾਇਆ ਹੈਗੀ ਭਾਈ, ਇਹਨੂੰ ਛੱਡ। ਇਹ ਧੋਖਾ ਹੈਗਾ, ਟਰੈਪ ਹੈਗਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੇ। ਤਜ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮਾਹੇ ਨਿਰੰਜਨ ਪਾਵੈ। ਦੇਖ ਕਾਮ, ਇਸਤਰੀ, ਕਾਮਨਾਵਾਂ, ਮੋਹ, ਪਦਾਰਥਾਂ ਦਾ ਮੋਹ, ਇਹ ਹੈਗਾ ਭਾਈ ਅੰਜਨ, ਇਹ ਹੈਗੀ ਕਾਲਕ, ਇਹ ਹੈਗੇ ਸੰਸਾਰ ਦਾ ਚੋਗਾ। ਅੰਜਨ ਮਾਹੇ, ਤਾਂ ਅੰਜਨ ਮਾਹੇ ਨਿਰੰਜਨ ਪਾਵੈ। ਜੇ ਕਾਮ ਕਾਮਨੀ ਜਿਹੜਾ ਹੈਗਾ ਇਹਨੂੰ ਛੱਡੇਗਾ, ਤਜੇਗਾ ਇਹਦਾ ਮੋਹ, ਤਾਂ ਜਿਹੜਾ ਹੈਗਾ ਇਹਦੇ ਵਿੱਚ ਜਿਹੜੇ ਹੈਗੇ ਪਦਾਰਥਾਂ ਦੇ ਵਿੱਚ ਹੀ, ਚੋਗੇ ਦੇ ਵਿੱਚ ਹੀ ਜਿਹੜਾ ਹੈਗਾ, ਇਹ ਘਰ ਗ੍ਰਸਤੀ ਦੇ ਵਿੱਚ ਹੀ ਜਿਹੜਾ ਹੈਗਾ ਉਸ ਨਿਰੰਜਨ ਨੂੰ ਪਾ ਲਏਗਾ। ਤਜ ਮਾਨ ਅਭਿਮਾਨ ਪ੍ਰੀਤ ਸੁਤ ਧਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ। ਕਹਿੰਦੇ ਮਾਨ, ਆਪਣਾ ਮਾਨ, ਆਪਣਾ ਇਨਸਾਨ ਹਮੇਸ਼ਾ ਚਾਹੁੰਦਾ ਹੈ ਮੇਰੀ ਇੱਜ਼ਤ ਹੋਏ, ਔਰ ਆਪਣੇ ਉੱਤੇ ਅਭਿਮਾਨ ਹੁੰਦਾ ਹੈ। ਫਿਰ ਜਿਹੜਾ ਹੈਗਾ ਬੱਚਿਆਂ ਦੇ ਨਾਲ, ਘਰ ਵਾਲੀ ਦੇ ਨਾਲ ਪ੍ਰੀਤ ਹੁੰਦੀ ਹੈ। ਕਹਿੰਦੇ ਇਹ ਵੀ ਤਜੇ। ਤਜ ਮਾਨ ਅਭਿਮਾਨ ਪ੍ਰੀਤ ਸੁਤ ਧਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ। ਔਰ ਮਾਇਆ ਦੀ ਤ੍ਰਿਸ਼ਨਾ, ਪਿਆਸ ਔਰ ਆਸ ਜਿਹੜੀ ਹੈਗੀ ਆ, ਕਾਮਨਾਵਾਂ ਪੂਰੀਆਂ ਹੋਣ ਦੀ ਆਸ, ਇਹਨੂੰ ਛੱਡ ਕੇ ਪਰਮੇਸ਼ਰ ਦੇ ਰਾਮ ਦੇ ਨਾਲ ਲਿਵ ਲਗਾਵੈ। ਨਾਨਕ ਸਾਚਾ ਮਨ ਵਸੈ, ਸਾਚ ਸ਼ਬਦੇ ਹਰ ਨਾਮ ਸਮਾਵੈ। ਇਸ ਤਰ੍ਹਾਂ ਉਹ ਸੱਚਾ ਮਨ ਦੇ ਵਿੱਚ ਵਸਦਾ ਹੈ ਭਾਈ, ਉਹ ਸੱਚਾ ਸ਼ਬਦ ਅੰਦਰ ਪ੍ਰਗਟ ਹੋ ਜਾਂਦਾ ਹੈ, ਉਹਦੇ ਦੁਆਰਾ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾ ਜਾਂਦਾ ਹੈ ਇਨਸਾਨ। ਪੌੜੀ ਹੋਰ ਦੇਖ ਲਾ ਪਿਆਰਿਆ, ਦੁਨੀਆ ਦੇ ਵਿੱਚ ਆਏ ਆ ਤੇ ਇਹ ਦੇਖ ਲਾ ਭਾਈ, ਕੋਈ ਵੀ ਇੱਥੇ ਜਿਹੜਾ ਹੈਗਾ ਭਾਵੇਂ ਕੋਈ ਕਿਹੇ ਜਿਹਾ ਮਰਜ਼ੀ ਹੋਏ ਇਨਸਾਨ, ਜਿਹੜਾ ਵੀ ਇਨਸਾਨ ਕੀ ਜਾਨਵਰ ਕੀ, ਉਹਨੇ ਦੁਨੀਆ ਦੇ ਵਿੱਚ ਪਰਮਾਨੈਂਟ ਨਹੀਂ ਰਹਿਣਾ ਭਾਈ। ਇਹ ਸਰੀਰ ਹੈਗਾ ਤੇ ਨਹੀਂ ਦੁਨੀਆ ਦੇ ਵਿੱਚ ਰਹੇਗਾ ਭਾਈ। ਰਾਜੇ ਰਈਅਤ ਪੌੜੀ, ਰਾਜੇ ਰਈਅਤ ਸਿਕਦਾਰ ਕੋਈ ਨਾ ਰਹਸਿਓ। ਰਾਜੇ ਹੋਣ, ਚਾਹੇ ਰਿਆਇਆ ਹੋਏ, ਚਾਹੇ ਚੌਧਰੀ ਹੋਣ, ਕੋਈ ਵੀ ਨਹੀਂ ਰਹੂਗਾ ਦੁਨੀਆ ਦੇ ਵਿੱਚ। ਹੱਟ ਪਟਣ ਬਾਜ਼ਾਰ ਹੁਕਮੀ ਟਹਿਸਿਓ। ਇਹ ਸਾਰੇ ਦੇ ਸਾਰੀਆਂ ਹੱਟੀਆਂ ਔਰ ਜਿਹੜੇ ਹੈਗੇ ਪੱਟਣ ਸ਼ਹਿਰ, ਦਰਿਆਵਾਂ ਦੇ ਕੰਢੇ, ਕਹਿੰਦੇ ਸਾਰੇ ਬਾਜ਼ਾਰ ਉਸ ਮਾਲਕ ਦੇ ਹੁਕਮ ਦੇ ਨਾਲ ਸਾਰੇ ਦੇ ਸਾਰੇ ਢਹਿ ਜਾਣਗੇ। ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ। ਔਰ ਇੰਨੇ ਵੱਡੇ ਵੱਡੇ ਮਹਿਲ ਪੱਕੇ, ਸੋਹਣੇ ਦਰਵਾਜ਼ਿਆਂ ਵਾਲੇ, ਕਹਿੰਦੇ ਮੂਰਖ ਇਨਸਾਨ ਸਮਝਦਾ ਹੈ ਵੀ ਮੇਰੇ ਹੈਗੇ। ਦਰਬ ਭਰੇ ਭੰਡਾਰ ਰੀਤੇ ਇੱਕ ਖਣੇ। ਕਹਿੰਦੇ ਇੰਨੇ ਜਿਹੜੇ ਹੈਗੇ ਧਨ ਦੌਲਤ ਦੇ ਭੰਡਾਰੇ ਭਰੇ ਹੁੰਦੇ ਆ,
ਇੱਕ ਖਿੰਦ ਦੇ ਵਿੱਚ ਮਾਲਕ ਪਰਮਾਤਮਾ ਖਾਲੀ ਕਰ ਦਿੰਦਾ ਹੈ। ਤਾਜੀ ਰਥ ਤੁਖਾਰ ਹਾਥੀ ਪਾਖਰੇ। ਤਾਜੀ ਕਹਿੰਦੇ ਆ ਵਧੀਆ ਘੋੜੇ, ਰੱਥ, ਪਹਿਲਾਂ ਇਹੀ ਸੀ ਯਾਤਾਯਾਤ ਦੇ ਸਾਧਨ। ਤੁਖਾਰ ਕਹਿੰਦੇ ਆ ਊਂਠ, ਹਾਥੀ, ਪਾਖਰੇ ਕਹਿੰਦੇ ਬਹੁਤ ਸਜਾਏ ਹੋਏ, ਤਿਆਰ ਬਰ ਤਿਆਰ, ਬਾਗ ਮਿਲਖ ਘਰ-ਬਾਰ, ਕਿੱਥੇ ਸੇ ਆਪਣੇ। ਕਹਿੰਦੇ ਇੰਨੇ ਬਾਗ ਸੀਗੇ, ਇੰਨੀ ਮਿਲਕੀਅਤ ਸੀਗੀ, ਘਰ ਗ੍ਰਸਤੀ ਸੀਗੇ, ਕਿੱਥੇ ਰਹਿ ਗਏ। ਕਹਿੰਦੇ ਕਿਹੜੇ ਆਪਣੇ ਹੈਗੇ। ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ। ਕਹਿੰਦੇ ਇੰਨੇ ਸੋਹਣੇ ਤੰਬੂ, ਕਨਾਤਾਂ, ਪਲੰਗ, ਸੋਹਣੇ ਸੋਹਣੇ ਪਲੰਗ, ਨਿਵਾਰੀ ਪਲੰਗ, ਸਰਾਇਚੇ ਕਹਿੰਦੇ ਕਨਾਤਾਂ, ਲਾਲਤੀ ਕਹਿੰਦੇ ਬਹੁਤ ਸੋਹਣੀਆਂ। ਨਾਨਕ ਸੱਚ ਦਾਤਾਰ ਸਿਨਾਖਤ ਕੁਦਰਤੀ। ਭਾਈ ਇੱਕ ਕੁਦਰਤ ਆ ਮਾਲਕ ਪਰਮਾਤਮਾ ਦੀ। ਇਹ ਉਸ ਸੱਚੇ ਮਾਲਕ ਪਰਮਾਤਮਾ ਨੇ ਹਮੇਸ਼ਾ ਰਹਿਣ ਵਾਲਾ ਅਬਨਾਸੀ ਉਹ ਦਾਤਾ ਹੈਗਾ। ਜਿਹੜੀਆਂ ਇਹ ਦਾਤਾਂ ਹੈਗੀਆਂ, ਇਹ ਦਾਤਾਂ ਹੈਗੀਆਂ, ਦਾਤਾਂ ਦੇ ਵਿੱਚੋਂ ਦਾਤੇ ਨੂੰ ਦੇਖ, ਸ਼ਨਾਖਤ ਕਰ, ਉਸ ਮਾਲਕ ਪਰਮਾਤਮਾ ਨੂੰ ਉਹਦੀ ਕੁਦਰਤ ਦੇ ਵਿੱਚ ਦੇਖ। ਸ਼ਲੋਕ ਮਹਲਾ ਪਹਿਲਾ। ਨਦੀਆਂ ਹੋਵੇਂ ਤੇਣਵਾ ਸੁਮ ਹੋਵੇਂ ਦੁੱਧ ਕੀਓ। ਇਹਦੇ ਵਿੱਚ ਮਹਾਰਾਜ ਕਹਿ ਰਿਹਾ ਕਿ ਜੇ ਮਾਲਕ ਪਰਮਾਤਮਾ ਦਾ ਇੰਨਾ ਜ਼ਿਆਦਾ ਜਿਹੜਾ ਹੈਗਾ ਪਦਾਰਥ ਇੰਨੇ ਜ਼ਿਆਦਾ ਹੋ ਜਾਣ, ਇੰਨੇ ਰਸਕਸ ਸਾਰੇ ਮਿਲ ਜਾਣ ਕਿ ਦਰਿਆ ਜਿਹੜੇ ਹੈਗੇ ਗਊਆਂ ਬਣ ਜਾਣ ਦੁੱਧ ਦੀਆਂ। ਸੁਮ ਹੋਵੇਂ ਦੁੱਧ ਘਿਓ ਦੇ ਵਿੱਚੋਂ ਜਿਹੜੇ ਹੈਗੇ ਉਹਦੇ ਸਰੋਤ ਜਿਹੜੇ ਹੈਗੇ ਉਹ ਦੁੱਧ ਘਿਓ ਦੇਣ। ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜਿਉ। ਔਰ ਸਾਰੀ ਧਰਤੀ ਜਿਹੜੀ ਹੈਗੀ ਇਹ ਮਿੱਠੀ ਹੋ ਜਾਏ, ਸ਼ੱਕਰ ਹੋ ਜਾਏ, ਔਰ ਮੇਰਾ ਜੀ ਜਿਹੜਾ ਹੈਗਾ ਹਮੇਸ਼ਾ ਹੀ ਖੁਸ਼ੀ ਕਰੇ ਇਹਨਾਂ ਰਸਾਂ ਕਸਾਂ ਦੇ ਵਿੱਚ। ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ। ਫਿਰ ਪਹਾੜਾਂ ਜਿੰਨਾ ਸੋਨਾ ਹੋਏ ਤੇ ਚਾਂਦੀ ਹੋਏ ਤੇ ਉੱਤੇ ਹੀਰੇ ਲਾਲ ਜੜੇ ਹੋਣ। ਭੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ। ਕਹਿੰਦੇ ਮੈਨੂੰ ਨਹੀਂ ਚਾਹੀਦੇ, ਮੈਨੂੰ ਤੇਰੀ ਭਗਤੀ ਚਾਹੀਦੀ ਆ। ਮਾਲਕਾ ਮੇਰੇ ਉੱਤੇ ਮਿਹਰ ਕਰ, ਮੈਂ ਤੈਨੂੰ ਸਲਾਹਾਂ, ਮੇਰੇ ਮਨ ਚੋਂ ਚਾਅ ਨਾ ਲਏ ਤੇਰੇ ਭਗਤੀ ਦਾ। ਮਹੱਲਾ ਪਹਿਲਾ। ਭਾਰ 18 ਮੇਵਾ ਹੋਵੇ ਗਰੁੜਾ ਹੋਏ ਸੁਆਓ। ਭਾਰ 18 ਜਿਹੜਾ ਹੈਗਾ ਇੱਕ ਵੈਜੀਟੇਸ਼ਨ ਜਿਹੜੀ ਹੈਗੀ ਆ, ਬਨਸਪਤੀ ਜਿਹੜੀ ਹੈਗੀ ਇਹਨੂੰ ਤੋਲਣ ਦਾ ਹੈਗਾ ਭਾਈ। ਭਾਰ 18 ਕਹਿੰਦੇ ਆ, ਪਤਾ ਨਹੀਂ ਇੱਕ ਪੱਤਾ ਲੈ ਕੇ ਸਾਰੀ ਵੈਜੀਟੇਸ਼ਨ ਨੂੰ ਤੋਲਦੇ ਆ। ਕਹਿੰਦੇ 18 ਭਾਰ ਜੇ ਮੇਵੇ ਹੋ ਜਾਣ ਔਰ ਗਰੁੜਾ ਹੋਏ ਸੁਆਓ। ਗਰੁੜਾ ਦਾ ਖਾਣਾ ਕਹਿੰਦੇ ਆ ਬਹੁਤ ਹੀ ਜਿਹੜਾ ਹੈਗਾ ਬਹੁਤ ਹੀ ਨਰਮ ਜਿਹੜਾ ਹੈਗਾ ਔਰ ਬਹੁਤ ਹੀ ਜਿਹੜਾ ਜਿਵੇਂ ਬਹੁਤ ਉਹਦੇ ਵਿੱਚ ਜਿਹੜੇ ਹੈਗੇ ਦੰਦਾਂ ਦੇ ਵਿੱਚ ਰੱਖੋ ਤੇ ਉਸੇ ਵੇਲੇ ਘੁਲ ਜਾਣ। ਇਹੋ ਜਿਹਾ ਕਹਿੰਦੇ ਆ, ਇਹੋ ਜਿਹਾ ਬਣਾਇਆ ਹੋਏ ਖਾਣਾ, ਇਹੋ ਜਿਹਾ ਸਵਾਦਿਸ਼ਟ ਸਵਾਦਲਾ ਖਾਣਾ ਹੋਏ। ਚੰਦ ਸੂਰਜ ਦੋਏ ਫਿਰਦੇ ਰੱਖੀਏ ਨਿਹਚਲ ਹੋਵੇ ਥਾਂ। ਕਹਿੰਦੇ ਇੰਨੇ ਜਿਹੜੇ ਹੈਗੇ ਵਧੀਆ ਪਦਾਰਥ ਹੋਣ ਔਰ ਚੰਦ ਸੂਰਜ ਦੋ ਜਿਹੜੇ ਹੈਗੇ ਉਜਾਲਾ ਦੇਣ ਦੇ ਵਾਸਤੇ ਜਿਹੜਾ ਹੈਗਾ, ਜੇ ਦੋਨੋਂ ਦੇ ਦੋਨੋਂ ਸੇਵਾ ਕਰਨ ਦੇ ਵਿੱਚ ਰਹਿਣ ਇਨਸਾਨ ਦੀ। ਨਿਹਚਲ ਹੋਵੇ ਥਾਂ, ਔਰ ਜਿਹੜਾ ਹੈਗਾ ਉਹ ਅਬਨਾਸੀ ਹੋਏ, ਉਹਦਾ ਥਾਂ ਜਾਏ ਨਾ ਕਿਤੇ। ਫਿਰ ਜੇ ਐਸਾ ਵੀ ਹੋ ਜਾਏ ਵੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ। ਕਹਿੰਦੇ ਨਹੀਂ ਚਾਹੀਦਾ ਮੈਨੂੰ ਮਾਲਕਾ, ਰਾਜ ਵੀ ਨਹੀਂ ਚਾਹੀਦਾ, ਅਬਨਾਸੀ ਪੁਣਾ ਵੀ ਨਹੀਂ ਚਾਹੀਦਾ, ਮੈਨੂੰ ਤੇਰੀ ਭਗਤੀ ਚਾਹੀਦੀ ਆ। ਮੇਰੇ ਮਨ ਚੋਂ ਚਾਹ ਨਾ ਲਏ ਤੇਰੀ ਭਗਤੀ ਦਾ। ਵੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ। ਮਹੱਲਾ ਪਹਿਲਾ। ਇਹ ਤਾਂ ਸੁੱਖ ਦੀਆਂ ਗੱਲਾਂ ਕੀਤੀਆਂ ਮਹਾਰਾਜ ਨੇ, ਖਾਣ ਦੇ ਸੁੱਖ ਹੋਰ ਦੁਨੀਆ ਦੇ ਵਿੱਚ ਰਹਿਣ ਦਾ, ਉਮਰ ਜਿਹੜੀ ਸਾਰੀ ਅਬਨਾਸੀ ਸਾਰਾ ਕੁਛ। ਹੁਣ ਕਹਿੰਦੇ ਆ, ਹੁਣ ਦੂਸਰੇ ਪਾਸੇ 'ਚ ਕਹਿੰਦੇ ਆ ਜੇ ਮਾਲਕਾ ਜੇ ਦੁੱਖ ਹੀ ਦੁੱਖ ਹੋ ਜਾਣ ਤੇ ਫੇਰ। ਮਹੱਲਾ ਪਹਿਲਾ।
ਜੇ ਦੇਹ ਦੁੱਖ ਲਾਈਐ ਪਾਪ ਗ੍ਰਹਿ ਦੋਇ ਰਾਹੋ। ਕਹਿੰਦੇ ਜੇ ਸਰੀਰ ਨੂੰ ਦੁੱਖ ਹੀ ਦੁੱਖ ਲੱਗ ਜਾਣ ਤੇ ਇਸ ਤਰ੍ਹਾਂ ਜਿਹੜੇ ਹੈਗੇ ਇਹ ਪਾਪ ਜਿਹੜੇ ਹੈਗੇ ਆ, ਪਾਪ ਗ੍ਰਸਤ ਜਿਹੜੇ ਹੈਗੇ ਦੋ ਰਾਹੂ ਕੇਤੂ ਜਿਹੜੇ ਹੈਗੇ ਆ, ਮੇਰੇ ਗ੍ਰਹਿ ਹਮੇਸ਼ਾ ਹੀ ਜਿਹੜੇ ਹੈਗੇ ਇਸ ਤਰ੍ਹਾਂ ਦੇ ਰਹਿਣ, ਮੇਰੇ ਅੰਦਰ ਜਿਹੜਾ ਹੈਗਾ ਦੁੱਖ ਹੀ ਦੁੱਖ ਆ ਜਾਣ। ਇਹ ਗ੍ਰਹਿ ਹਮੇਸ਼ਾ ਹੀ ਮੇਰੇ ਖਾਨੇ 'ਚ ਵਿੱਚ ਬੈਠੇ ਰਹਿਣ, ਇਹ ਦੋਨੋਂ ਰਾਹੂ ਕੇਤੂ। ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਇਹ ਵੈ ਜਾਪੇ ਭਾਓ। ਕਹਿੰਦੇ ਮੇਰੇ ਸਿਰ ਦੇ ਵਿੱਚ ਐਸੀ ਜਗ੍ਹਾ ਤੇ ਮੈਂ ਰਵਾਂ ਜਿੱਥੇ ਮੇਰੇ ਸਿਰ ਤੇ ਰਾਜ ਜਿਹੜਾ ਹੋਏ ਉਹ ਖੂਨ ਪੀਣ ਵਾਲੇ ਰਾਜੇ ਹੋਣ, ਪਾਪ ਕਰਨ ਵਾਲੇ ਰਾਜੇ ਹੋਣ। ਐਸੀ ਜਗ੍ਹਾ ਤੇ ਮੈਨੂੰ ਜਿਹੜਾ ਹੈਗਾ, ਐਸੇ ਰਾਜ ਦੇ ਵਿੱਚ ਜਿਹੜਾ ਹੈਗਾ, ਇੰਨੇ ਡਰ ਦੇ ਵਿੱਚ ਜਿਹੜਾ ਹੈਗਾ ਮੈਨੂੰ ਰਹਿਣਾ ਪਏ, ਮੈਨੂੰ ਮਾਲਕਾ ਮਨਜ਼ੂਰ ਹੈਗਾ। ਪੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ। ਬਸ ਤੇਰੀ ਭਗਤੀ ਮੇਰੇ ਅੰਦਰ ਹੋਏ, ਮੈਨੂੰ ਤੇਰੇ ਸਲਾਹੁਣ ਦਾ ਚਾਅ ਨਾ ਲਹੇ, ਤੇ ਮਾਲਕਾ ਆ ਵੀ ਮੈਨੂੰ ਮਨਜ਼ੂਰ ਆ, ਤੇਰੀ ਭਗਤੀ ਮੈਨੂੰ ਮਨਜ਼ੂਰ ਆ। ਇਸ ਦੁੱਖ ਦੀ ਕੰਡੀਸ਼ਨ ਦੇ ਵਿੱਚ ਵੀ ਮੈਂ ਤੇਰੀ ਭਗਤੀ ਕਰ ਲਊਂਗਾ। ਜੇ ਤੂੰ ਮੈਨੂੰ ਆ ਜਿਹੜਾ ਇਸ ਦੁੱਖ ਦੀ ਕੰਡੀਸ਼ਨ ਦੇ ਵਿੱਚ ਵੀ ਮੈਂ ਰਹਿ ਲਊਂਗਾ, ਜੇ ਤੂੰ ਮੇਰੇ ਕੋਲੋਂ ਜਿਹੜਾ ਹੈਗਾ ਆ ਮੈਨੂੰ ਆਪਣੇ ਆਪ ਨੂੰ ਤੇਰੀ ਭਗਤੀ ਕਰਨ ਨੂੰ ਪ੍ਰੇਮਾ ਭਗਤੀ ਦੇ ਦੇਂਗਾ, ਤੇ ਫਿਰ ਜਿਹੜਾ ਹੈਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ। ਕਹਿੰਦੇ ਆ ਵੀ ਹੋ ਜਾਏ ਜੇ ਅੱਗ ਤੇ ਪਾਲੇ ਦਾ ਜਿਹੜਾ ਹੈਗਾ ਕੱਪੜਾ ਅੱਗ ਤੇ ਪਾਲੇ ਦਾ ਹੋਇਆ, ਐਸੇ ਕੱਪੜੇ ਹੋਣ ਜਿਵੇਂ ਗਰਮ ਦਾ ਸਰਦੀਆਂ 'ਚ ਜਿਹੜਾ ਹੈਗਾ ਗਰਮ ਤੇ ਗਰਮੀਆਂ 'ਚ ਠੰਡਾ, ਅੰਦਰ ਹੀ ਉਹਦੇ ਏਸੀ ਫਿੱਟ ਹੋਏ। ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ। ਕਹਿੰਦੇ ਖਾਣਾ ਜਿਹੜਾ ਹੈਗਾ ਹਵਾ ਹੀ ਖਾਣਾ ਹੋਏ, ਖਾਣਾ ਹੋਵੇ ਇੰਨਾ ਬਰੀਕ ਖਾਣਾ ਹੋਏ, ਹਵਾ ਦੇ ਨਾਲ ਹੀ ਜਿਹੜਾ ਹਵਾ ਤੋਂ ਹੀ ਤੱਤ ਲੈ ਲੈ ਸਾਰੇ। ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ। ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭੋ ਜਾਓ। ਜੇ ਇੰਨੀਆਂ ਰੂਪਵਾਨ ਇਸਤਰੀਆਂ ਹੋਣ, ਸਵਰਗ ਦੀਆਂ ਜਿਸ ਤਰ੍ਹਾਂ ਇਸਤਰੀਆਂ ਹੁੰਦੀਆਂ ਆ, ਕਹਿੰਦੇ ਇਹ ਵੀ ਹੋਣ ਤਾਂ ਵੀ ਮੈਨੂੰ ਨਹੀਂ ਚਾਹੀਦੀਆਂ, ਮੈਨੂੰ ਆ ਸੁੱਖ ਨਹੀਂ ਚਾਹੀਦੇ। ਵੀ ਤੂੰ ਹੈ ਸਲਾਹਣਾ ਆਖਣ ਲਹੇ ਨਾ ਚਾਓ। ਮਾਲਕਾ ਮੈਂ ਤੈਨੂੰ, ਤੇਰੀ ਭਗਤੀ ਹੀ ਮੈਨੂੰ ਚਾਹੀਦੀ ਆ, ਮੇਰੇ ਮਨ ਦੇ ਵਿੱਚੋਂ ਤੈਨੂੰ ਸਲਾਉਣ ਦਾ ਚਾਅ ਨਾ ਲਹੇ। ਆ ਪੌੜੀ ਆ ਗਈ, ਇੱਥੇ ਪੌੜੀ ਵੱਵੇ ਨਾਲ ਲਿਖਿਆ ਹੋਇਆ, ਕਿਤੇ ਪੌੜੀ ਹੁੰਦਾ ਹੈ। ਇਹ ਊੜਾ ਤੇ ਵੱਵਾ ਜਿਹੜੇ ਹੈਗੇ ਦੋਨੋਂ ਸ਼ਿਫਟ ਹੋ ਸਕਦੇ ਆ ਭਾਈ। ਇਹਨਾਂ ਦਾ ਉਚਾਰਨ ਤਕਰੀਬਨ ਸੇਮ ਹੀ ਹੁੰਦਾ ਹੈ, ਇਸ ਕਰਕੇ ਕਿਸੇ ਕਿਸਮ ਦਾ ਵਹਿਮ ਨਹੀਂ। ਪੌੜੀ ਬਦ ਫੈਲੀ ਗੈ ਬਾਨਾ ਖਸਮ ਨਾ ਜਾਣੀ। ਕਹਿੰਦੇ ਐਸਾ ਇਨਸਾਨ ਹੈਗਾ, ਦੇਖ ਲਓ ਕਿ ਜਿਹੜਾ ਹੈਗਾ ਸਮਝਦਾ ਹੈ ਵੀ ਹੁਣ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਦਰਵਾਜ਼ੇ ਬੰਦ ਕਰ ਲਏ ਆ, ਧਰਤੀ ਦੇ ਵਿੱਚ ਲੁੱਕ ਕੇ ਪਾਪ ਕਮਾਊਂਗਾ, ਬਦਫੈਲੀ ਕਰੂੰਗਾ। ਗੈਬਾਨਾ ਕਹਿੰਦੇ ਆ, ਗਾਇਬ ਹੋ ਕੇ ਕਿਸੇ ਕੋਈ ਦੇਖੇ ਨਾ ਮੈਨੂੰ, ਕੋਈ ਨਹੀਂ ਦੇਖ ਰਿਹਾ। ਕਹਿੰਦੇ ਤੈਨੂੰ ਨਹੀਂ ਪਤਾ ਖਸਮ ਜਾਣਦਾ ਹੈ, ਖਸਮ ਨਾ ਜਾਣੀ। ਤੂੰ ਖਸਮ ਨੂੰ ਨਹੀਂ ਜਾਣਦਾ, ਤੂੰ ਰੱਬ ਨੂੰ ਧੋਖਾ ਦੇ ਸਕਦਾ ਹੈ। ਬਦਫੈਲੀ ਗੈਬਾਨਾ ਖਸਮ ਨਾ ਜਾਣੀ, ਸੋ ਕਹੀਏ ਦੇਵਾਨਾ ਆਪ ਨਾ ਪਛਾਣੀ। ਤੂੰ ਨਹੀਂ ਪਛਾਣਦਾ ਆਪਣੇ ਆਪ ਨੂੰ, ਤੂੰ ਹੈ ਕੀ ਚੀਜ਼। ਉਹ ਮਾਲਕ ਪਰਮਾਤਮਾ ਤੇਰੇ ਅੰਦਰ ਬੈਠਾ ਦੇਖ ਰਿਹਾ ਤੈਨੂੰ। ਸੋ ਕਹੀਏ ਦੇਵਾਨਾ, ਉਹਨੂੰ ਕਹਿੰਦੇ ਇਹ ਤਾਂ ਪਾਗਲ ਹੈਗਾ ਭਾਈ, ਨਹੀਂ ਪਛਾਣ ਰਿਹਾ ਆਪਣੇ ਆਪ ਨੂੰ। ਕਲਾ ਬੁਰੀ ਸੰਸਾਰ ਵਾਦੇ ਖਪੀਏ। ਕਹਿੰਦੇ ਕਲਾ ਬਹੁਤ ਹੀ ਬੁਰੀ ਹੈ ਭਾਈ। ਇਹ ਝਗੜਾ ਸੰਸਾਰ ਦੇ ਵਿੱਚ, ਵਾਦ ਵਿਵਾਦ, ਇਹਦੇ ਵਿੱਚ ਖਪ ਜਾਈਦਾ ਹੈ। ਇਹਦੇ ਵਿੱਚ ਜਿਹੜਾ ਹੈਗਾ ਲੱਭਦਾ ਕੁਛ ਵੀ ਨਹੀਂ ਹੈਗਾ, ਤੇ ਦੁੱਖ ਹੀ ਦੁੱਖ ਮਿਲਦੇ ਆ। ਕਲਹ ਬੁਰੀ ਸੰਸਾਰ ਵਾਦੇ ਖਪੀਏ। ਵਾਦ ਵਿਵਾਦ ਦੇ ਵਿੱਚ ਖਪ ਜਾਈਦਾ ਹੈ। ਵਿਣ ਨਾਮੇ ਬੇਕਾਰ ਭਰਮੇ ਪਚੀਏ। ਨਾਮ ਤੋਂ ਬੇਕਾਰ ਕੇ, ਨਾਮ ਤੋਂ ਇਲਾਵਾ ਇਹ ਸਾਰਾ ਬੇਕਾਰ ਆ ਭਾਈ।
ਭਰਮ ਹੈਗਾ, ਇਹਦੇ ਵਿੱਚ ਹੀ ਪਚ ਜਾਂਦਾ ਹੈ ਇਨਸਾਨ। ਰਾਹ ਦੋਵੇਂ ਇੱਕ ਜਾਣੈ ਸੋਈ ਸਿੱਜ ਸੀ। ਕਹਿੰਦੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਲਿਵ ਵਾਲਾ ਤੇ ਧਾਤ ਵਾਲਾ, ਦੋ ਰਸਤੇ ਆ ਮਾਲਕ ਪਰਮਾਤਮਾ ਨੇ ਬਣਾਏ। ਦੋ ਰਸਤਿਆਂ ਦੇ ਵਿੱਚ ਜਿਹੜਾ ਹੈਗਾ ਦੋਨਾਂ ਦਾ ਮਾਲਕ ਉਹ ਪਰਮਾਤਮਾ ਹੀ ਹੈਗਾ। ਰਾਹ ਦੋਵੇਂ ਇੱਕ ਜਾਣੇ, ਇੱਕ ਦੇ ਜਾਣੇ ਰਾਹ ਦੋਨੋਂ, ਉਸੇ ਮਾਲਕ ਪਰਮਾਤਮਾ ਦੇ ਦੋਨੋਂ ਰਸਤੇ ਹੈਗੇ ਭਾਈ। ਕੋਈ ਆਬਜੈਕਸ਼ਨ ਨਾ ਕਰੇ। ਰਾਹ ਦੋਵੇਂ ਇੱਕ ਜਾਣੇ ਸੋਈ ਸਿੱਜ ਸੀ। ਉਹੀ ਜਿਹੜਾ ਹੈਗਾ ਉਹਨੂੰ ਹੀ ਗਿਆਨ ਆਏਗਾ ਭਾਈ। ਉਹੀ ਜਿਹੜਾ ਹੈਗਾ ਨਿਕਲਣ ਦਾ ਰਸਤਾ, ਉਹਨੂੰ ਹੀ ਸੂਝ ਆਏਗੀ ਨਿਕਲਣ ਦੇ ਰਸਤੇ ਦੀ। ਰਾਹ ਦੋਵੇਂ ਇੱਕ ਜਾਣੇ ਸੋਈ ਸਿੱਜ ਸੀ। ਕੁਫਰ ਗੋ ਕੁਫਰਾਣੇ ਪਿਆ ਦਜ ਸੀ। ਕੁਫਰ ਕਹਿੰਦੇ ਆ ਝੂਠ। ਝੂਠ ਗੋ ਮਤਲਬ ਝੂਠ ਬੋਲਣ ਵਾਲਾ। ਕੁਫਰਾਣੇ ਝੂਠ ਦੇ ਦੁਆਰਾ, ਝੂਠ ਦੇ ਵਿੱਚ ਪਿਆ ਦਜ ਸੀ। ਕਹਿੰਦੇ ਉਹ ਜਿਹੜਾ ਹੈਗਾ ਸੜੀ ਜਾਊਗਾ। ਕੁਫਰ ਗੋ ਕੁਫਰਾਣੇ, ਇੱਕ ਰਸਤਾ ਝੂਠ ਦਾ ਹੈ, ਇੱਕ ਰਸਤਾ ਸੱਚ ਦਾ ਹੈਗਾ। ਕੁਫਰ ਗੋ ਕੁਫਰਾਣੇ, ਝੂਠ ਵਾਲੇ ਰਸਤੇ ਤੇ ਜਿਹੜਾ ਚੱਲੂਗਾ ਉਹ ਜਿਹੜਾ ਹੈਗਾ ਝੂਠ ਦੇ ਨਾਲ ਸੜਦਾ ਰਹੂਗਾ। ਉਹਦਾ ਜਿਹੜਾ ਹੈਗਾ ਮਨੁੱਖੀ ਸਰੀਰ ਵੇਸਟ ਹੋ ਜਾਏਗਾ, ਆਤਮਿਕ ਮੌਤ ਰਹੇਗੀ ਉਹਦੀ। ਐਸੇ ਤਰੀਕੇ ਦੇ ਨਾਲ ਇਸ ਅੱਗ ਦੇ ਵਿੱਚ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਰਹੇਗਾ। ਕੁਫਰ ਗੋ ਕੁਫਰਾਣੇ ਪਿਆ ਦਜ ਸੀ। ਸਭ ਦੁਨੀਆ ਸੁਬਹਾਨ ਸੱਚ ਸਮਾਈ ਹੈ। ਜਿਹੜਾ ਸੱਚ ਦੇ ਵਿੱਚ ਜੁੜਿਆ ਰਹਿੰਦਾ ਆ, ਜਿਹੜਾ ਸੱਚ ਦੇ ਵਿੱਚ ਜੁੜਿਆ ਰਹਿੰਦਾ ਆ, ਜਿਹੜਾ ਪ੍ਰੇਮਾ ਭਗਤੀ ਕਰਦਾ ਹੈ, ਧਿਆਨ ਸਿਮਰਨ ਕਰਦਾ ਹੈ, ਆਪਣੀ ਹਉਮੈ ਗਵਾਉਂਦਾ ਆ, ਸਭ ਦੁਨੀਆ ਸੁਬਹਾਨ, ਉਹਨੂੰ ਸਾਰੀ ਦੁਨੀਆ ਜਿਹੜੀ ਹੈਗੀ ਸੋਹਣੀ ਲੱਗਦੀ ਹੈ। ਉਹ ਸਾਰੀ ਦੁਨੀਆ ਨੂੰ ਸੋਹਣੀ ਕਹਿੰਦਾ, ਸੋਹਣੀ ਹੈ ਮਾਲਕ ਪਰਮਾਤਮਾ ਦੀ, ਮੇਰੇ ਮਾਲਕ ਦੀ। ਉਹਨੂੰ ਦੁਨੀਆ ਦੇ ਵਿੱਚ ਵੀ ਮਾਲਕ ਨਜ਼ਰ ਆਉਂਦਾ ਹੈ, ਪ੍ਰਕਿਰਤੀ ਦੇ ਵਿੱਚ ਵੀ ਕਰਤਾ ਨਜ਼ਰ ਆਉਂਦਾ ਹੈ। ਸਭ ਦੁਨੀਆ ਸੁਬਹਾਨ ਕਹਿੰਦੇ, ਸੁਬਹਾਨ ਅੱਲਾ। ਸਭ ਦੁਨੀਆ ਸੁਬਹਾਨ ਅੱਲਾ ਨਜ਼ਰ ਆਉਂਦਾ ਹੈ ਭਾਈ ਦੁਨੀਆ ਦੇ ਵਿੱਚ। ਸਭ ਦੁਨੀਆ ਸੁਬਹਾਨ ਸੱਚ ਸਮਾਈ ਹੈ, ਸੱਚ ਦੇ ਵਿੱਚ ਸਮਾ ਜਾਂਦਾ ਹੈ ਭਾਈ। ਸਿੱਜੇ ਦਰ ਦੀਵਾਨ, ਉਹਨੂੰ ਦਰ, ਮਾਲਕ ਦਾ ਦਰ, ਦੀਵਾਨ ਮਾਲਕ ਦਾ ਮਹਿਲ, ਮਾਲਕ ਦੀ ਕਚਹਿਰੀ, ਮਾਲਕ ਦਾ ਦਰਬਾਰ ਸਿੱਜ ਜਾਂਦਾ ਹੈ। ਆਪ ਗਵਾਈਏ। ਇਸ ਤਰ੍ਹਾਂ ਜਿਹੜੀ ਹੈਗੀ ਹਉਮੈ ਜਿਹੜੀ ਹੈਗੀ ਜਾਂਦੀ ਹੈ ਭਾਈ। ਜਿਹੜਾ ਆਪ ਆਪਣੀ ਹਉਮੈ ਨੂੰ ਗਵਾ ਲੈਂਦਾ ਹੈ। ਮਹੱਲਾ ਪਹਿਲਾ ਸ਼ਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਕਹਿੰਦੇ ਜਿਹਦੇ ਮਨ ਦੇ ਵਿੱਚ ਮਾਲਕ ਪਰਮਾਤਮਾ ਵਸ ਗਿਆ, ਜਿਹੜਾ ਭਗਤੀ ਮਾਰਗ ਤੇ ਚੱਲ ਪਿਆ, ਕਿ ਬਈ ਉਹ ਤਾਂ ਜੀ ਗਿਆ ਭਾਈ, ਉਹ ਜੀ ਗਿਆ। ਬਾਕੀ ਸਾਰੇ ਦੇ ਸਾਰੇ ਮੁਰਦਾ ਆਏ ਸੀ, ਮੁਰਦਾ ਹੀ ਜਾ ਰਹੇ ਆ ਭਾਈ, ਕੋਈ ਆਊਟਪੁੱਟ ਨਹੀਂ ਹੈਗੀ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਕੋਈ ਵੀ ਨਹੀਂ ਹੋਰ, ਇਸ ਤੋਂ ਭਗਤੀ ਤੋਂ ਇਲਾਵਾ ਕੋਈ ਨਹੀਂ ਜਿਉਂਦਾ ਭਾਈ, ਕੋਈ ਨਹੀਂ ਜਿਉਂਦਾ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਹਿੰਦੇ ਐਸੀ ਜੀਣ ਦੇ ਨਾਲ, ਦੁਨੀਆ ਦੇ ਵਿੱਚ ਰੰਗ ਤਮਾਸ਼ਿਆਂ ਦੇ ਨਾਲ, ਜੇ ਇਨਸਾਨ ਦੀ ਪਾਤੀ ਹੈ ਨਹੀਂ ਗੀ, ਇੱਜ਼ਤ ਹੀ ਹੈ ਨਹੀਂ ਗੀ, ਜੇ ਜਾਮੀ ਬੇਪਤੀ ਕਰਦਾ ਹੈ, ਜੂਨਾਂ ਦੇ ਵਿੱਚ ਹੀ ਭਟਕਦਾ ਹੈ, ਸਜ਼ਾ ਦਿੰਦਾ ਹੈ, ਕਹਿੰਦੇ ਸਭ ਹਰਾਮ ਜੇਤਾ ਕਿਛ ਖਾਏ। ਕਹਿੰਦੇ ਬੇਕਾਰ ਹੈ ਸਾਰਾ ਕੁਛ, ਖਾਣਾ ਪੀਣਾ, ਜੋ ਹਵਾ ਪਾਣੀ, ਜੋ ਵੀ ਦੁਨੀਆ ਦੇ ਪਦਾਰਥ ਮਾਲਕ ਦੇ ਭੋਗ ਰਿਹਾ ਆ, ਦੱਸ ਉਹਦਾ ਕੀ ਹੈਗਾ? ਹਰਾਮਖੋਰੀ ਹੈਗੀ ਤੇਰੀ। ਕਿਸੇ ਦਾ ਖਾ ਕੇ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਥੈਂਕ ਵੀ ਨਹੀਂ ਬੋਲਦਾ ਉਹਨੂੰ। ਸਭ ਹਰਾਮ ਜੇਤਾ ਕਿਛ ਖਾਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੈ ਨੰਗ। ਪਰ ਐਸਾ ਇਨਸਾਨ ਹੈਗਾ, ਐਸਾ ਰਾਜ ਦਾ ਰੰਗ ਚੜਿਆ ਹੋਇਆ ਹੈ ਇਹਨੂੰ, ਐਸਾ ਮਾਲ ਦਾ, ਪਦਾਰਥਾਂ ਦਾ ਰੰਗ ਚੜਿਆ ਹੋਇਆ ਹੈ। ਰੰਗ ਰੱਤਾ ਨੱਚੈ ਨੰਗ, ਇੰਨਾ ਜਿਹੜਾ ਬੇਸ਼ਰਮ ਹੋ ਕੇ ਜਿਹੜਾ ਹੈਗਾ ਮਾਇਆ ਦੇ ਵਿੱਚ ਇਸ ਰੰਗ ਦੇ ਵਿੱਚ ਨੱਚ ਰਿਹਾ ਹੈ ਭਾਈ। ਜਰਾ ਵੀ ਫਿਕਰ ਨਹੀਂ ਹੈ ਮਾਲਕ ਦੀ, ਔਰ ਇਹਦੀ ਕਿ ਮੈਂ ਮਰਨਾ ਵੀ ਹੈਗਾ।
ਨਾਨਕ ਠਗਿਆ ਮੁੱਠਾ ਜਾਏ। ਠਗਿਆ ਹੈ, ਲੁੱਟਿਆ ਜਾ ਰਿਹਾ ਆ। ਵਿਣ ਨਾਮੇ ਪਤ ਗਿਆ ਗਵਾਏ। ਨਾਮ ਤੋਂ ਬਗੈਰ ਜਿਹੜਾ ਹੈਗਾ ਆਪਣੀ ਇੱਜ਼ਤ ਗਵਾ ਕੇ ਚਲਾ ਗਿਆ ਭਾਈ। ਵਿਣ ਨਾਮੇ ਪਤ ਗਿਆ ਗਵਾਏ। ਕੁਛ ਵੀ ਨਹੀਂ ਕੀਤਾ ਦੁਨੀਆ ਦੇ ਵਿੱਚ, ਖੱਟੀ ਕੁਛ ਵੀ ਨਹੀਂ ਕੀਤੀ। ਹੋਰ ਨੈਗੇਟਿਵ ਹੋ ਕੇ, ਹੋਰ ਕਾਰਨਸ਼ੀਲ ਵਧਾ ਕੇ ਚਲਾ ਗਿਆ। ਕਿਆ ਖਾਦੇ ਮਹੱਲਾ ਪਹਿਲਾ। ਕਿਆ ਖਾਦੇ ਕਿਆ ਪੈਦੇ ਹੋਏ, ਜਾਂ ਮਨ ਨਾਹੀ ਸੱਚਾ ਸੋਏ। ਕਹਿੰਦੇ ਦੁਨੀਆ ਦੇ ਪਦਾਰਥ ਭੋਗ ਲਏ, ਦੁਨੀਆ ਦੇ ਪਦਾਰਥ ਭੋਗ ਲਏ, ਸਰੀਰ ਤੇ ਪਾ ਲਏ, ਸਰੀਰ ਨੂੰ ਸਜਾ ਲਿਆ। ਕਹਿੰਦੇ ਕੀ ਹੋਇਆ ਇਹਦੇ ਨਾਲ? ਇਹ ਸਾਰਾ ਕੁਝ ਕਰਕੇ ਤੇਰੀ ਆਊਟਪੁੱਟ ਕੀ ਹੈਗੀ? ਤੇਰੇ ਪੱਲੇ ਕੀ ਹੈਗਾ? ਜਾਂ ਮਨ ਨਾਹੀ ਸੱਚਾ ਸੋਏ। ਮਨ ਦੇ ਵਿੱਚੋਂ ਮਾਲਕ ਪਰਮਾਤਮਾ ਹੈ ਹੀ ਨਹੀਂ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ। ਕਹਿੰਦੇ ਦੁਨੀਆ ਦੇ ਪਦਾਰਥ ਦੇਖ ਲਾ, ਮੇਵਾ ਘਿਓ ਗੁੜ ਮਿੱਠਾ, ਸਾਰਾ ਮੈਦਾ ਮਾਸ। ਕਹਿੰਦੇ ਕੀ ਹੈ ਇਹਦਾ? ਕੀ ਇਹਦਾ ਕੀ ਫਾਇਦਾ ਆ? ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਚੈ ਭੋਗ ਵਿਲਾਸ। ਇਹ ਕੱਪੜੇ ਪਾ ਕੇ ਸੋਹਣੀ ਸੇਜਾਂ ਦੇ ਉੱਤੇ ਭੋਗ ਵਿਲਾਸ ਕਰਕੇ, ਕਹਿੰਦੇ ਕੀ ਫਾਇਦਾ ਹੋਇਆ? ਕੀ ਫਾਇਦਾ ਹੋਇਆ? ਕੀ ਤੇਰੇ ਪੱਲੇ ਹੈਗਾ? ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ। ਤੂੰ ਮਹਿਲ ਦੇ ਵਿੱਚ ਵਾਸਾ ਲੈ ਲਿਆ, ਰਾਜਾ ਬਣ ਗਿਆ, ਲਸ਼ਕਰ ਇੰਨੀ ਫੌਜ ਹੋ ਗਈ ਤੇਰੇ ਕੋਲ, ਇੰਨੇ ਨੇਬ ਜਿਹੜੇ ਹੈਗੇ ਤੇਰੇ, ਜਿਹੜੇ ਹੈਗੇ ਨਾਇਬ ਖਵਾਸੀ ਕਹਿੰਦੇ ਨੌਕਰ ਸਾਰੇ ਜਿਹੜੇ ਹੈਗੇ ਆ, ਇਹ ਹੋ ਕੇ ਤਾਂ ਵੀ ਤੇਰੇ ਪੱਲੇ ਕੀ ਹੈਗਾ? ਇੰਨੇ ਸਾਰੇ ਪਦਾਰਥਾਂ ਦੇ ਨਾਲ ਤੇਰੇ ਕੋਲ ਕੀ ਹੈਗਾ? ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਇਹ ਸਾਰੇ ਦੇ ਸਾਰੇ ਪਦਾਰਥ, ਟੋਲ ਕਹਿੰਦੇ ਪਦਾਰਥ, ਕਹਿੰਦੇ ਸਾਰੇ ਦੇ ਸਾਰੇ ਵਿਨਾਸ਼ ਹੈਗੇ ਭਾਈ। ਇਹਦਾ ਕੋਈ ਫਾਇਦਾ ਨਹੀਂ ਹੈਗਾ। ਪੌੜੀ। ਜਾਤੀ ਦੇ ਕਿਆ ਹੱਥ, ਸੱਚ ਪਰਖੀਐ। ਕਹਿੰਦੇ ਦੇਖ ਲਾ ਪਿਆਰਿਆ, ਇੱਕ ਹੋਰ ਦੇਖ ਲਾ ਦੁਨੀਆ ਦੇ ਵਿੱਚ ਇਹ ਵੀ ਇਸ ਤਰ੍ਹਾਂ ਦਾ ਵੀ ਹੈਗਾ ਬਈ ਆਹ ਉੱਚੀ ਜਾਤ ਵਾਲਾ ਹੈ ਜੀ, ਆਹ ਨੀਵੀਂ ਜਾਤ ਵਾਲਾ ਹੈਗਾ। ਕਹਿੰਦੇ ਇਹਨਾਂ ਦੇ ਕੀ ਹੱਥ ਦੇ ਵਿੱਚ ਹੈ? ਉੱਚੀ ਜਾਤ ਵਾਲਾ ਹੋਏ ਤੇ ਨੀਵੀਂ ਜਾਤ ਵਾਲਾ ਹੋਏ। ਕਹਿੰਦੇ ਇਸ ਦੇ ਵਿੱਚ ਜਿਹੜਾ ਹੈਗਾ ਦੇਖ ਲਾ, ਉੱਥੇ ਉੱਪਰ ਜਿਹੜਾ ਹੈਗਾ ਨਾ ਉੱਚੀ ਜਾਤ ਨੇ ਜਾਣਾ ਹੈ ਨਾ ਨੀਵੀਂ ਜਾਤ ਨੇ ਜਾਣਾ ਹੈ। ਸੱਚ ਦੇ ਪਰਖਿਆ ਜਾਣਾ ਹੈ। ਸੱਚ ਦੇ ਨਾਲ ਜਿਹੜੀ ਹੈਗੀ ਪਰਖ ਹੋਣੀ ਆ। ਮਾਲਕ ਦੀ ਕਸੌਟੀ ਸੱਚੀ ਹੈਗੀ ਭਾਈ। ਗੁਣ ਹੈਗੇ ਤੇ ਭਾਈ ਪਰਖਿਆ ਜਾਏਗਾ, ਇੱਜ਼ਤ ਹੋਏਗੀ। ਜਾਤੀ ਦਾ ਕਿਆ ਹੱਥ, ਸੱਚ ਪਰਖੀਏ, ਮੋਹਰਾ ਹੋਵੇ ਹੱਥ ਮਰੀਏ ਚੱਖੀਏ। ਕਹਿੰਦੇ ਦੇਖ ਲਾ ਪਿਆਰਿਆ, ਉੱਚੀ ਜਾਤ ਵਾਲੇ ਦੇ ਹੱਥ ਤੇ ਜ਼ਹਿਰ ਰੱਖਦੇ, ਨੀਵੀਂ ਜਾਤ ਵਾਲੇ ਦੇ ਹੱਥ ਤੇ ਜ਼ਹਿਰ ਰੱਖਦੇ, ਮੋਹਰਾ ਰੱਖਦੇ। ਕਹਿੰਦੇ ਦੇਖ ਨਾ ਉਹਨੂੰ ਕੁਛ ਹੋਣਾ ਹੈ ਨਾ ਉਹਨੂੰ ਕੁਛ ਹੋਣਾ ਹੈ, ਪਰ ਜਿਹੜਾ ਉਹਨੂੰ ਖਾ ਲੂਗਾ, ਚਖੂਗਾ ਜਿਹੜਾ, ਉਹਨੇ ਮਰ ਜਾਣਾ, ਭਾਵੇਂ ਉੱਚੀ ਜਾਤ ਵਾਲਾ ਹੋਏ ਤੇ ਭਾਵੇਂ ਨੀਵੀਂ ਜਾਤ ਵਾਲਾ ਹੋਏ। ਜਾਤੀ ਦੇ ਕਿਆ ਹੱਥ, ਸੱਚ ਪਰਖੀਏ, ਮੋਹਰਾ ਹੋਵੇ ਹੱਥ ਮਰੀਏ ਚੱਖੀਏ। ਸੱਚੇ ਦੀ ਸਰਕਾਰ ਜੁਗ ਜੁਗ ਜਾਣੀਏ। ਉਸੇ ਮਾਲਕ ਪਰਮਾਤਮਾ ਦੀ, ਉਹ ਸੱਚਾ ਹੈਗਾ, ਉਹ ਇਸੇ ਦੀ ਸਰਕਾਰ ਹੈਗੀ, ਉਸੇ ਦਾ ਰਾਜ ਹੈਗਾ, ਉਸੇ ਦਾ ਹੁਕਮ ਚੱਲ ਰਿਹਾ ਹੈ, ਜੁਗਾਂ ਜੁਗਾਂ ਤੱਕ ਚੱਲ ਰਿਹਾ। ਜੁਗਾਂ ਜੁਗਾਂ ਤੋਂ ਪਹਿਲਾਂ ਵੀ ਚੱਲ ਰਿਹਾ ਸੀ, ਬਾਅਦ ਵਿੱਚ ਵੀ ਚੱਲੂਗਾ। ਹੁਕਮ ਮੰਨੇ ਸਿਰਦਾਰ ਦਰ ਦੀਵਾਣੀਏ। ਜਿਹੜਾ ਵੀ ਉਸ ਮਾਲਕ ਪਰਮਾਤਮਾ ਦਾ ਹੁਕਮ ਮੰਨਦਾ ਹੈ ਪਾਏ, ਉਹਦੀ ਸੋਭਾ ਹੁੰਦੀ ਹੈ। ਦਰ ਦੇ ਵਿੱਚ ਮਾਲਕ ਦਾ ਦਰ ਲੱਭ ਜਾਂਦਾ ਹੈ, ਦੀਵਾਨ ਮਾਲਕ ਦੇ ਮਹਿਲ ਦੇ ਵਿੱਚ ਚਲੇ ਜਾਂਦਾ ਹੈ। ਸਰਦਾਰ ਜਿਹੜਾ ਹੈਗਾ ਉਹਦੀ ਇੱਜ਼ਤ ਹੁੰਦੀ ਹੈ ਪਾਏ। ਜਿਹੜਾ ਸਰਦਾਰ ਦਾ ਹੁਕਮ ਮੰਨਦਾ ਹੈ, ਸਰਦਾਰ ਹੀ ਬਣ ਜਾਂਦਾ ਹੈ ਪਾਏ। ਹੁਕਮ ਮੰਨੇ ਸਿਰਦਾਰ ਦਰ ਦੀਵਾਣੀਏ, ਫੁਰਮਾਨੀ ਹੈ ਕਾਰ ਖਸਮ ਪਠਾਇਆ। ਜਿੰਨੇ ਵੀ ਜੀਵ ਆਏ ਆ ਭਾਈ, ਆਪਾਂ ਮਨੁੱਖ ਜੀਵਨ ਨੂੰ ਕੰਸਰਨੇ ਹੈ, ਕਹਿੰਦੇ ਸਾਰੇ ਦੇ ਸਾਰੇ ਖਸਮ ਨੇ ਪਠਾਇਆ ਹੈਗਾ। ਫੁਰਮਾਨੀ ਹੈ ਕਾਰ, ਉਸਨੇ ਕਾਰ ਫਰਮਾਈ ਹੈ ਦੁਨੀਆ ਦੇ ਵਿੱਚ ਕੀ ਕਰਨਾ ਹੈ, ਕੀ ਹੁਕਮ ਹੈਗਾ ਮਾਲਕ ਪਰਮਾਤਮਾ ਦਾ। ਫੁਰਮਾਨੀ ਹੈ ਕਾਰ ਖਸਮੇ ਪਠਾਇਆ। ਮਾਲਕ ਦੀ ਮਰਜ਼ੀ ਦੇ ਨਾਲ ਆਇਆ ਹੈ ਤੂੰ। ਆਪਾਂ ਮਾਲਕ ਦੀ ਮਰਜ਼ੀ ਦੇ ਨਾਲ ਆਏ, ਆਪਣੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਉਸ ਦੀ ਕਾਰ ਕਰਨ ਤੋਂ ਇਲਾਵਾ। ਫੁਰਮਾਨੀ ਹੈ ਕਾਰ ਖਸਮੇ ਪਠਾਇਆ, ਤਬਲਬਾਜ ਵਿਚਾਰ ਸ਼ਬਦੇ ਸੁਣਾਇਆ। ਦੇਖ ਹੋਕਾ ਮਿਲ ਰਿਹਾ ਆ ਬ੍ਰਹਮ ਗਿਆਨੀ, ਬ੍ਰਹਮ ਗਿਆਨ, ਗੁਰੂ ਦੀ ਮੱਤ, ਗੁਰਮਤ,
ਤਬਲਾ ਵਜਾ ਵਜਾ ਕੇ ਜਿਹੜਾ ਹੈਗੇ ਹੋਕਾ ਦੇ ਰਹੇ ਆ। ਇਹ ਵਿਚਾਰ ਕਰ, ਵਿਚਾਰ ਸੁਣਾ ਰਹੇ ਆ, ਸ਼ਬਦ ਸੁਣਾ ਰਹੇ ਆ, ਸ਼ਬਦ ਨੂੰ ਪ੍ਰਗਟ ਕਰ। ਦੇਖ ਗੁਰੂ ਦੀ ਮੱਤ ਲੈ, ਗੁਰੂ ਕੀ ਕਹਿ ਰਿਹਾ ਹੈ। ਤਬਲਬਾਜ ਵਿਚਾਰ ਸ਼ਬਦੇ ਸੁਣਾਇਆ। ਦੇਖੋ ਆਪਸ਼ਨ ਹੈਗਾ ਸਾਰਿਆਂ ਦੇ ਕੋਲ। ਇੱਕ ਹੋਇਆ ਸਵਾਰ, ਇੱਕ ਨਾ ਸਾਖਤੀ। ਕਹਿੰਦੇ ਇੱਕ ਜਿਹੜੇ ਹੈਗੇ ਹੋ ਗਏ ਸਵਾਰ, ਇੱਕ ਹੋ ਗਏ ਸਵਾਰ ਪਾਏ ਉਹਨਾਂ ਨੇ, ਉਹ ਤਿਆਰੀ ਕਰ ਲਈ। ਘੋੜੇ ਜਿਹੜੇ ਹੈਗੇ ਕਰ ਲਏ, ਜਿਹੜੇ ਹੈਗੇ ਇਸ ਪਾਸੇ ਨੂੰ ਜਿਹੜੀ ਹੈਗੀ ਕਾਰ ਮੋੜ ਲਈ ਭਗਤੀ ਵਾਲੇ ਮਾਰਗ ਦੇ ਉੱਤੇ। ਇੱਕ ਨਹੀਂ ਬੱਧੇ ਪਹਾੜ, ਇੱਕ ਨਾ ਤਾਖਤੀ। ਇੱਕ ਜਿਹੜੇ ਹੈਗੇ ਉਹਨਾਂ ਨੇ ਜਿਹੜੇ ਹੈਗੇ ਆ ਇਹ ਭਾਰ ਬੰਨ ਲਏ ਭਾਈ। ਇੱਕ ਨਹੀਂ ਬੱਧੇ ਪਹਾੜ, ਇੱਕ ਨਾ ਤਾਖਤੀ। ਇੱਕ ਜਿਹੜੇ ਹੈਗੇ ਆ ਜਿਹੜੇ ਤਾਖਤੀ ਕਹਿੰਦੇ ਆ, ਜਿਹੜੇ ਦੌੜ ਭੱਜ ਕਰ ਰਹੇ ਆ। ਇੱਕ ਨਹੀਂ ਬੱਧੇ ਪਹਾੜ, ਇੱਕ ਨਾ ਤਾਖਤੀ। ਜਿਨ੍ਹਾਂ ਨੇ ਜਿਹੜੇ ਹੈਗੇ ਗੁਰੂ ਦੀ ਗੱਲ ਸੁਣ ਲਈ, ਭਗਤੀ ਮਾਰਗ ਤੇ ਚੱਲ ਪਏ ਭਾਈ। ਬਾਕੀ ਜਿਹੜੇ ਹੈਗੇ ਉਹ ਕਰਮਾਂ ਵਾਲੇ ਜਿਹੜੇ ਹੈਗੇ ਉਹਨਾਂ ਨੇ ਆਪਣੇ ਆਪਣੇ ਭਾਰ ਬੰਨ ਲਏ ਭਾਈ। ਉਹ ਦੌੜ ਭੱਜ ਦੇ ਵਿੱਚ ਹੀ ਲੱਗੇ ਰਹਿ ਗਏ, ਦੁਨੀਆ ਦੇ ਸੰਸਾਰ ਦੀ ਇਸੇ ਕਾਰ ਵਿਹਾਰ ਦੇ ਵਿੱਚ ਹੀ। ਸ਼ਲੋਕ ਮਹਲਾ ਪਹਿਲਾ। ਜਾਂ ਪੱਖਾ ਤਾਂ ਕਠਿਆ, ਰਹੀ ਸੋ ਪੱਲਰ ਵਾੜ। ਦੇਖ ਲਾ ਪਿਆਰਿਆ, ਫਸਲ ਜਿਹੜੀ ਹੁੰਦੀ ਆ, ਜਿਹੜੀ ਵੀ ਫਸਲ ਜਿਹੜੀ ਹੈਗੀ ਧਾਨ ਦੀ ਹੋਏ ਜਾਂ ਜਿਹੜੀ ਕਣਕ ਦੀ ਹੋਏ, ਹੋਰ ਫਸਲ ਜਿਹੜੀ ਹੁੰਦੀ ਆ ਪੱਕ ਜਾਂਦੀ ਆ ਤੇ ਕੱਟ ਲੈਂਦੇ ਆ। ਬਾਕੀ ਜਿਹੜੀ ਹੈਗੀ ਨਾੜੂ ਵਗੈਰਾ ਜਿਹੜਾ ਹੈਗਾ ਉਹ ਜਿਹੜੀ ਹੈਗੀ ਪੱਲਰ ਜਿਹੜੀ ਹੈਗੀ ਉਹਦੇ ਘਾਹ ਫੂਸ ਪੱਤੇ ਜਿਹੜੇ ਉੱਥੇ ਹੀ ਰਹਿੰਦੇ ਆ। ਰਹੀ ਸੋ ਪੱਲਰ ਵਾੜ, ਸਣ ਕਿਸਾਰਾ ਚਿੱਥਿਆ, ਕਣ ਲਿਆ ਤਨ ਝਾੜ। ਔਰ ਦੇਖ ਫਿਰ ਗਾ ਲੈਂਦੇ ਆ। ਉਹਦੇ ਜਿਹੜੀ ਹੈਗੀ ਆ ਉਹਦੇ ਨਾਲ ਸਿੱਟਿਆਂ ਦੇ ਨਾਲ ਸਣ ਕਿਸਾਰਾ ਚਿੱਥਿਆ, ਗਾ ਕੇ ਚਿੱਥ ਲਿਆ। ਕਣ ਲਿਆ ਤਨ ਝਾੜ, ਔਰ ਉਹਦੇ ਵਿੱਚੋਂ ਦਾਣੇ ਲੈ ਲਏ ਔਰ ਬਾਕੀ ਫੂਸ ਨੂੰ ਉਡਾ ਦਿੱਤਾ। ਦੋਏ ਪੁਰ ਜੋੜ, ਦੋਏ ਪੁੜ ਚੱਕੀ ਜੋੜ। ਜੋੜ ਕੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਟ। ਔਰ ਦੇਖ ਦੋ ਜਿਹੜੇ ਚੱਕੀ ਦੇ ਜਿਹੜੇ ਹੈਗੇ ਪੱਲੇ, ਉਹਨਾਂ ਨੂੰ ਜੋੜ ਕੇ ਜਿਹੜਾ ਹੈਗਾ ਚੱਕੀ ਦੇ ਵਿੱਚ ਦਾਣੇ ਫਿਰ ਪੀਣ ਵਾਸਤੇ ਬੈਠ ਜਾਂਦਾ ਇਨਸਾਨ। ਇਸ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੇ ਦੁਨੀਆ ਬਣਾਈ ਹੋਈ ਹੈ। ਜੀਵ ਆ ਰਹੇ ਆ, ਜੀਵ ਜਾ ਰਹੇ ਆ। ਇਸ ਤਰੀਕੇ ਦੇ ਨਾਲ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਟ। ਜੋ ਦਰ ਰਹੇ ਸੋ ਉਬਰੇ, ਨਾਨਕ ਅਜਬ ਡਿੱਠ। ਕਹਿੰਦੇ ਐਸਾ ਅਜੀਬ ਤਮਾਸ਼ਾ ਹੈਗਾ ਉਸ ਮਾਲਕ ਪਰਮਾਤਮਾ ਦਾ ਕਿ ਜਿਹੜੇ ਹੈਗੇ ਕਿੱਲੀ ਦੇ ਨਾਲ ਹੈਗੇ ਚੱਕੀ ਦੇ, ਉਹ ਸਾਬਤ ਵੱਜ ਜਾਂਦੇ ਆ। ਬਾਕੀ ਸਾਰੇ ਦੇ ਸਾਰੇ ਦਰੜੇ ਜਾਂਦੇ ਆ ਭਾਈ। ਸਾਰੇ ਦੇ ਸਾਰੇ ਇਹ ਜੂਨਾਂ ਦੇ ਵਿੱਚ, ਇਹ ਖੇਡ ਦੇ ਵਿੱਚ, ਇਹ ਜਨਮ ਮਰਨ ਦੇ ਵਿੱਚ ਜਿਹੜੇ ਹੈਗੇ ਸਾਰੇ ਘੁੰਮੀ ਜਾ ਰਹੇ, ਦੁਖੀ ਹੋ ਰਹੇ ਆ ਭਾਈ। ਔਰ ਜਿਹੜੇ ਸਾਬਤ ਹੈਗੇ ਜਿਹੜੇ ਚੱਕੀ ਦੇ, ਉਹਦੇ ਜਿਹੜੇ ਕਿੱਲੀ ਦੇ ਨੇੜੇ ਹੈਗੇ, ਜੋ ਦਰ ਹੈ, ਜਿਹੜੇ ਦਰ ਦੇ ਉੱਤੇ ਜੇ ਆਪਾਂ ਉਸ ਦਰ ਨੂੰ ਫੜ ਲਈਏ, ਮਾਲਕ ਪਰਮਾਤਮਾ ਦੇ ਦਰ ਨੂੰ ਭਗਤੀ ਦੇ ਦੁਆਰਾ, ਜਿਵੇਂ ਗੁਰੂ ਕਹਿ ਰਿਹਾ, ਜਿਵੇਂ ਇਹ ਗੁਰਮਤਿ ਕਹਿ ਰਹੀ ਹੈ, ਜਿਵੇਂ ਬ੍ਰਹਮ ਗਿਆਨੀ ਕਹਿ ਰਿਹਾ, ਤੇ ਆਪਾਂ ਬਚ ਜਾਵਾਂਗੇ ਭਾਈ। ਨਹੀਂ ਤਾਂ ਇਸੇ ਤਰੀਕੇ ਦੇ ਨਾਲ ਜੂਨਾਂ ਦੇ ਵਿੱਚ ਦਰੜੇ ਜਾਵਾਂਗੇ। ਮਹੱਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ, ਕੱਟ ਕੁੜ ਬੱਧਾ ਪਾਏ। ਦੇਖ ਲਾ ਦੁਨੀਆ ਦੇ ਵਿੱਚ ਚੋਗਾ ਜਿਹੜਾ ਹੈਗਾ, ਇਹ ਦੁਨੀਆ ਦੇ ਪਦਾਰਥ ਜਿਹੜੇ ਹੈਗੇ, ਜੀਭ ਦਾ ਸਵਾਦ, ਅੱਖਾਂ ਦਾ ਸਵਾਦ, ਕੰਨਾਂ ਦਾ ਸਵਾਦ, ਨੱਕ ਦਾ ਸਵਾਦ, ਇੰਦਰੀ ਦੇ ਸਵਾਦ, ਸਾਰੇ ਸਵਾਦ ਹੈਗੇ ਦੁਨੀਆ ਦੇ ਵਿੱਚ। ਇਸ ਤਰ੍ਹਾਂ ਜਿਹੜਾ ਹੈਗਾ ਚੋਗਾ ਖਿਲ ਰਿਹਾ ਪਿਆ ਹੈ ਭਾਈ। ਉੜੈ ਸੇ ਬੇਗੁਲ ਬੇਗੁਲੇ, ਤਾਕੈ ਚੋਗ ਘਣੀ। ਪੰਖ ਟੁੱਟੇ ਫਾਹੀ ਪੜੀ, ਔਗੁਣੇ ਭੀੜ ਬਣੀ। ਵੇਖ ਜੇ ਮਿੱਠਾ ਕੱਟਿਆ, ਇਸ ਤਰ੍ਹਾਂ ਜਿਹੜਾ ਹੈਗਾ ਮਿੱਠਾ ਦੇਖ ਗੰਨਾ, ਪਹਿਲਾਂ ਤਾਂ ਉਹਨੂੰ ਕੱਟਦੇ ਆ। ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਪਾਏ, ਫਿਰ ਬੰਨ ਲੈਂਦੇ ਆ, ਉਹਦੀ ਭਰੀ ਬਣਾ ਲੈਂਦੇ ਆ। ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ। ਫਿਰ ਦੇਖ ਲਾ ਉਹਨੂੰ ਜਿਹੜੇ ਹੈਗੇ ਉਹ ਬੇਲਣੀਆਂ ਦੇ ਅੰਦਰ ਰੱਖ ਕੇ ਜਿਹੜੇ ਹੈਗੇ ਆ
ਉਹਨਾਂ ਨੂੰ ਫਿਰ ਜਿਹੜੇ ਹੈਗੇ ਸਜ਼ਾ ਦਿੰਦੇ ਆ। ਭਲਵਾਨ ਜਿਹੜੇ ਆ ਇਸ ਤਰ੍ਹਾਂ ਉਹਨਾਂ ਦੇ ਜੂਸ ਕੱਢਦੇ ਆ। ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮੱਲ ਸਜਾਏ, ਰਸ ਕਸ ਟੱਟਰੇ ਪਾਈਏ, ਤਪੈ ਤੇ ਬਿਲਾਏ। ਦੇਖ ਜਿਹੜਾ ਰਸ ਨਿਕਲਦਾ ਹੈ ਉਹਨੂੰ ਜਿਹੜਾ ਹੈਗਾ ਕਸ ਦੇ ਵਾਸਤੇ ਫਿਰ ਜਿਹੜਾ ਹੈਗਾ ਕੜਾਹੇ 'ਚ ਪਾ ਦਿੰਦੇ ਆ, ਟੱਟਰ ਦੇ ਵਿੱਚ ਪਾ ਦਿੰਦੇ ਆ। ਤਪੈ ਤੇ ਬਿਲਾਏ, ਔਰ ਤਪਦਾ ਆ ਅਤੇ ਬਿਲਾਉਂਦਾ ਹੈ ਉਹ। ਕਿਉਂ? ਕਿਉਂਕਿ ਮਿੱਠਾ ਹੈਗਾ, ਸਵਾਦ ਹੈਗਾ। ਪੀ ਸੋ ਭੋਗ ਸੰਭਾਲੀਏ, ਦੀਚੇ ਅੱਗ ਜਲਾਏ। ਦੇਖ ਹਾਲੇ ਉਹ ਭੋਗ ਜਿਹੜਾ ਹੈਗਾ ਉਹਦੇ ਜਿਹੜਾ ਛਿਲਕੇ ਜਿਹੜੇ ਹੈਗੇ ਆ ਉਹਨੂੰ ਫਿਰ ਜਿਹੜਾ ਹੈਗਾ ਸੁਕਾ ਕੇ ਥੋੜ੍ਹੀ ਜਿਹੀ ਧੁੱਪ ਦਿਖਾ ਕੇ ਫਿਰ ਵਾਪਸ ਕੜਾਹੇ ਦੇ ਥੱਲੇ ਪਾ ਦਿੰਦੇ ਅੱਗ ਦੇ ਵਿੱਚ। ਉਸੇ ਦੇ ਨਾਲ ਉਸੇ ਨੂੰ ਸਾੜਦੇ ਆ, ਉਸੇ ਦਾ ਡੰਡਾ ਉਸੇ ਦੇ ਸਿਰ ਦੇ ਵਿੱਚ। ਪੀਸੋ ਭੋਗ ਸੰਭਾਲੀਏ, ਦੀਛੇ ਅੱਗ ਜਲਾਏ। ਨਾਨਕ ਮਿੱਠੇ ਪਤਰੀਏ, ਵੇਖੋ ਲੋਕਾ ਆਏ। ਦੇਖ ਲਓ ਪਿਆਰਿਓ, ਚੰਗੀ ਤਰ੍ਹਾਂ ਦੇਖ ਲਓ। ਇਹ ਸਵਾਦਾਂ ਦੇ ਕਾਰਨ ਜਿਹੜਾ ਹੈਗਾ, ਮਿੱਠੇ ਦੇ ਕਾਰਨ, ਸਵਾਦ ਦੇ ਕਾਰਨ ਜਿਹੜਾ ਹੈਗਾ, ਰਸਾਂ ਕਸਾਂ ਦੇ ਕਾਰਨ, ਭੋਗ ਵਿਲਾਸ ਦੇ ਕਾਰਨ ਜਿਹੜਾ ਹੈਗਾ ਆਹ ਸਜ਼ਾ ਮਿਲਦੀ ਹੈ ਭਾਈ। ਨਾਨਕ ਮਿੱਠੇ ਪਤਰੀਏ, ਵੇਖੋ ਲੋਕਾਂ ਆਏ। ਦੇਖ ਲਓ ਭਾਈ, ਗਿਆਨ ਲੈ ਲਓ। हे ਦੁਨੀਆ ਵਾਲਿਓ, ਇਹ ਬ੍ਰਹਮ ਗਿਆਨ ਹੋਕਾ ਦੇ ਰਿਹਾ ਹੈ ਗੁਰੂ। ਪੌੜੀ ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ। ਕਹਿੰਦੇ ਇਸ ਤਰ੍ਹਾਂ ਇਨਸਾਨ ਨਹੀਂ ਸਮਝਦਾ, ਕਿਉਂਕਿ ਮਰਨਾ ਚਿੱਤ ਚੇਤੇ ਵੀ ਨਹੀਂ ਹੈ ਉਹਦੇ। ਦੁਨੀਆ ਦੀਆਂ ਪਦਾਰਥਾਂ ਦੀਆਂ ਆਸਾਂ ਕਨੇਰੀਆਂ ਹੈਗੀਆਂ, ਕਨੇਰੀਆਂ ਆਸਾਂ ਹੈਗੀਆਂ, ਇੱਛਾਵਾਂ ਕਨੇਰੀਆਂ ਇਨਸਾਨ ਦੀਆਂ। ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ, ਮਰ ਮਰ ਜੰਮੇ ਨਿਤ ਕਿਸੇ ਨਾ ਕੇਰਿਆ। ਔਰ ਦੁਨੀਆ ਦੇ ਵਿੱਚ ਜਿਹੜਾ ਇੰਨੇ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਇੰਨਾ ਇਸ ਮਨ ਉਹ ਜਿਹੜਾ ਲਿਵ ਵਾਲੇ ਰਸਤੇ 'ਤੇ ਵੀ ਜਿਹੜਾ ਹੈਗਾ ਕਰਮ ਕਾਂਡਾਂ ਦੇ ਵਿੱਚ ਫਸ ਜਾਂਦਾ ਇਨਸਾਨ। ਉਹ ਕਰਮ ਕਾਂਡ ਕਰਦਾ ਹੈ, ਫਿਰ ਵਾਪਸ ਉਸੇ ਦੇ ਵਿੱਚ ਜਿਹੜਾ ਹੈਗਾ ਨੈਗੇਟਿਵ ਹੋ ਜਾਂਦਾ, ਫਿਰ ਵਾਪਸ ਉਸੇ ਦੇ ਵਿੱਚ ਜਿਹੜਾ ਹੈਗਾ ਥੋੜ੍ਹਾ ਪੋਜ਼ੀਟਿਵ ਹੁੰਦਾ, ਫਿਰ ਨੈਗੇਟਿਵ ਹੋ ਜਾਂਦਾ। ਨਿੱਤ ਜਿਹੜਾ ਹੈਗਾ ਉਸੇ ਜਗ੍ਹਾ 'ਤੇ ਔਸੀਲੇਟ ਕਰੀ ਜਾਂਦਾ ਹੈ। ਮਰ ਮਰ ਜੰਮੇ ਨਿੱਤ ਕਿਸੇ ਨਾ ਕੇਰਿਆ। ਕਿਸੇ ਦਾ ਕੋਈ ਜਿਹੜਾ ਇਹਦਾ ਤਾਂ ਫਾਇਦਾ ਹੀ ਨਹੀਂ ਹੁੰਦਾ ਇਸ ਇਨਸਾਨ ਦਾ। ਕੋਈ ਜਿਹੜਾ ਹੈਗਾ ਕੋਈ ਬ੍ਰਹਮ ਗਿਆਨੀਆਂ ਦੀ ਕੋਈ ਗੱਲ ਜਿਹੜੀ ਹੈਗੀ ਇਹਦੇ ਪਹੁੰਚਦੀ ਹੀ ਨਹੀਂ ਹੈ, ਕਿਉਂਕਿ ਮਰਨਾ ਚਿੱਤ ਨਹੀਂ ਹੈਗਾ ਇਹਨੂੰ। ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ, ਮਰ ਮਰ ਜੰਮੇ। ਕਿਉਂਕਿ ਇਨਸਾਨ ਜਿਹੜਾ ਹੈਗਾ ਉਹ ਜਿਹੜਾ ਹੈਗਾ ਉੱਪਰੋਂ ਹੀ ਜਿਹੜਾ ਹੈਗਾ ਹੁੰਦਾ ਹੈ ਇਨਸਾਨ ਦੇ ਅੰਦਰੋਂ ਜਿਹੜਾ ਹੈਗਾ ਹਿਰਦੇ ਤੋਂ ਮਨ ਦੇ ਵਿੱਚ ਜਿਹੜਾ ਹੈਗਾ ਉਹ ਬਿਲਕੁਲ ਮਾਇਆ ਦੇ ਨਾਲ ਹੀ ਪੂਰੀ ਤਰ੍ਹਾਂ ਚਿੰਬੜਿਆ ਰਹਿੰਦਾ ਹੈ। ਔਰ ਕਰਮ ਕਾਂਡ ਕਰਦਾ ਹੈ ਬਿਲਕੁਲ ਜਿਹੜਾ ਆਪਣੇ ਉੱਤੇ ਢੁਕੂਗਾ ਪਾਏ। ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ, ਮਰ ਮਰ ਜੰਮੇ ਨਿੱਤ ਕਿਸੇ ਨਾ ਕੇਰਿਆ। ਕਿਸੇ ਜੋਗਾ ਹੀ ਨਹੀਂ ਹੈ, ਕੋਈ ਆਊਟਪੁੱਟ ਹੀ ਨਹੀਂ ਹੈਗੀ ਆ। ਉੱਥੇ ਦੇ ਉੱਥੇ ਆਸੀਲੇਟ ਕਰ ਰਿਹਾ ਹੈ। ਆਪਨੜੇ ਮਨ ਚਿੱਤ ਕਹਿਣ ਚੰਗੇਰਿਆ, ਪਰ ਆਪਣੇ ਆਪ ਨੂੰ ਮਨ ਤੇ ਚਿੱਤ ਦੇ ਵਿੱਚ ਕਹਿੰਦਾ ਮੈਂ ਤਾਂ ਭਗਤ ਹੈਗਾ ਭਾਈ, ਮੇਰੇ ਵਰਗਾ ਤਾਂ ਕੋਈ ਭਗਤ ਨਹੀਂ ਹੈਗਾ। ਆਪਨੜੇ ਮਨ ਚਿੱਤ ਕਹਿਣ ਚੰਗੇਰਿਆ, ਆਪਣੇ ਆਪ ਨੂੰ ਆਪ ਹੀ ਸਲਾਈ ਜਾਂਦਾ ਹੈ। ਜਮਰਾਜੇ ਨਿਤ ਨਿਤ ਮਨਮੁਖ ਏਰਿਆ। ਕਹਿੰਦੇ ਹੈ ਤਾਂ ਤੂੰ ਮਨਮੁਖੀ ਹੈ ਪਿਆਰਿਆ। ਜਮਰਾਜੇ ਦੇ ਨੇੜੇ ਡੇਲੀ ਹੋਈ ਜਾ ਰਿਹਾ ਹੈ। ਉਹ ਤੇਰੀ ਤਲਾਸ਼ ਦੇ ਵਿੱਚ ਹੈਗਾ। ਜਮਰਾਜੇ ਨਿਤ ਨਿਤ ਮਨਮੁਖ ਏਰਿਆ, ਘੇਰ ਲਿਆ ਇਸ ਤਰੀਕੇ ਦੇ ਨਾਲ। ਨਿਤ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ। ਦੇਖ ਤੂੰ ਇੰਨੇ ਪਦਾਰਥ, ਇੰਨਾ ਸੋਹਣਾ ਸਰੀਰ ਸਾਰਾ ਦਿੱਤਾ ਮਾਲਕ ਪਰਮਾਤਮਾ ਨੇ, ਤੇ ਤੂੰ ਜਿਹੜਾ ਹੈਗਾ ਲੂਣ ਹਰਾਮੀ ਕਰਕੇ ਆਏ ਹੈ। ਖਾ ਕੇ ਉਹਦਾ ਮਾਲਕ ਪਰਮਾਤਮਾ ਦਾ ਕੁਛ ਵੀ ਨਹੀਂ ਕੀਤਾ। ਉਸਨੇ ਤੈਨੂੰ ਪੈਦਾ ਕੀਤਾ, ਉਹਨੂੰ ਜਾਣਿਆ ਹੀ ਨਹੀਂ। ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ, ਵੱਧੇ ਕਰਨ ਸਲਾਮ ਖਸਮ ਨਾ ਪਾਣਿਆ। ਕਹਿੰਦੇ ਜਿਹੜੀ ਭਗਤੀ ਕਰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਵਿੱਚ ਬੰਨਿਆ ਹੋਇਆ ਹੀ, ਔਰ ਜਿਹੜਾ ਹੈਗਾ ਤੇਰੇ ਅੰਦਰ ਜਿਹੜੀ ਹੈਗੀ ਮਾਇਆ, ਤੇਰੇ ਅੰਦਰ ਜਿਹੜੇ ਹੈਗੇ ਰਸਕਸ, ਅੰਦਰੋਂ ਤੇਰੀ ਖਿੱਚ ਉੱਧਰ ਨੂੰ ਹੈਗਾ। ਇੱਧਰ ਭਗਤੀ ਜਿਹੜੀ ਹੈਗੀ ਬੱਧਾ ਚੱਟੀ ਕਰ ਰਿਹਾ ਆ। ਬੱਧੇ ਕਰਨ ਸਲਾਮ ਖਸਮ ਨਾ ਪਾਣਿਆ। ਕਹਿੰਦੇ ਮਾਲਕ ਪਰਮਾਤਮਾ ਨੂੰ ਪਤਾ ਹੈਗਾ ਭਾਈ ਤੇਰੇ ਅੰਦਰ ਕੀ ਹੈਗਾ। ਬੱਧੇ ਕਰਨ ਸਲਾਮ ਖਸਮ ਨਾ ਪਾਣਿਆ, ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ।
ਜਿਹੜੇ ਸੱਚ ਹੈ, ਜਿਨ੍ਹਾਂ ਦੇ ਕੋਲ ਸੱਚ ਦੇ ਨਾਲ ਜੁੜੇ ਹੋਏ ਆ, ਜਿਹੜੇ ਜਿਨ੍ਹਾਂ ਦੇ ਮੁਖ ਦੇ ਵਿੱਚ ਨਾਮ ਹੈ ਪਰਮੇਸ਼ਰ ਦਾ, ਭਗਤੀ ਹੈਗੀ ਆ, ਉਹ ਮਾਲਕ ਨੂੰ ਪਾ ਜਾਂਦੇ ਆ ਪਾਏ। ਜਿਹੜੇ ਸੱਚ ਦੇ ਨਾਲ ਆ, ਜਿਹਦਾ ਦਾ ਹਿਰਦਾ ਸੱਚ ਹੈ, ਅੰਦਰ ਸੱਚ ਹੈ, ਜਿਨ੍ਹਾਂ ਦੇ ਦਿਲੋਂ ਸੱਚ ਹੈ, ਇਸ ਪਾਸੇ ਜਿਹੜੇ ਹੈਗੇ, ਭਾਵੇਂ ਜਿਹੜਾ ਹੈਗਾ ਅੰਦਰ ਜਿਹੜੇ ਹੈਗੇ ਆਪਣੀ ਜਿੰਨੀ ਕੁ ਉਹਨਾਂ ਦੀ ਸਮਰੱਥਾ ਹੈਗੀ, ਸੱਚੇ ਦਿਲ ਦੇ ਨਾਲ ਭਗਤੀ ਵਾਲੇ ਰਸਤੇ 'ਤੇ ਚੱਲਦੇ ਆ ਪਾਏ। ਮਾਲਕ ਨੇ ਉਹੀ ਦੇਖਣਾ ਹੈ, ਉਹਨਾਂ ਦਾ ਅੰਦਰ ਖਿੱਚ ਦੇਖਣੀ ਹੈ, ਉਹਨਾਂ ਦਾ ਅੰਦਰ ਪਿਆਰ ਦੇਖਣਾ ਹੈ। ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ, ਕਰ ਸਨੇ ਤਖਤ ਤੇ ਸਲਾਮ ਲਿਖਿਆ ਪਾਵਸੀ। ਉਹਦਾ ਤਾਂ ਮਾਲਕ ਦੇ ਦਰ 'ਤੇ ਤਖਤ ਦੇ ਉੱਤੇ ਜਿਹੜੀ ਹੈਗੀ ਰਾਜਿਆਂ ਵਾਂਗੂ ਜਿਹੜੀ ਹੈਗੀ ਉਹਦੀ ਖਾਤਰਦਾਰੀ ਹੋਏਗੀ ਪਾਏ, ਸਲਾਮ ਹੋਏਗੀ, ਉਹਦੀ ਸੋਭਾ ਹੋਏਗੀ, ਔਰ ਲਿਖਿਆ ਜੋ ਉਹਨੇ ਕਿਰਤ ਕੀਤੀ ਹੈ, ਜੋ ਉਹਨੇ ਕਮਾਈ ਕੀਤੀ ਹੈ, ਉਹਦਾ ਫਲ ਮਿਲਦਾ ਹੈ ਉਹਨੂੰ। ਮਹੱਲਾ ਪਹਿਲਾ ਸ਼ਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ਼, ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰਵਾਸ। ਇਹ ਜਿਹੜੇ ਹੈਗੇ ਆ ਕਹਿੰਦੇ ਜੇ ਗੁਰੂ ਕੋਲੋਂ ਗਿਆਨ ਲੈ ਲਿਆ, ਜੇ ਇਨਸਾਨ ਜਿਹੜਾ ਹੈਗਾ ਸਹੀ ਰਸਤਾ ਲੱਭ ਜਾਏ, ਸਹੀ ਰਸਤਾ ਸਹੀ ਗੱਲ ਫੜ ਲੈ ਪੱਲੇ, ਟੈਕਨੀਕ ਸਹੀ ਆ ਜਾਏ ਉਹਨੂੰ। ਮੱਛੀ ਹੈਗੀ, ਜਿਵੇਂ ਮੱਛੀ ਨੂੰ ਹੁਣ ਜਿਹੜਾ ਹੈਗਾ ਕਿੰਨਾ ਮਰਜੀ ਕੇਜ ਹੈ, ਮਰਜੀ ਡੂੰਘਾ ਪਾਣੀ ਹੋਏ, ਮੱਛੀ ਨੂੰ ਕੀ ਫਰਕ ਪੈਂਦਾ ਹੈ। ਪੰਖੀ ਕਿਆ ਆਕਾਸ਼, ਪੰਖੀ ਨੂੰ ਆਕਾਸ਼ ਦੇ ਵਿੱਚ ਕੀ ਫਰਕ ਪੈਂਦਾ ਹੈ। ਆਕਾਸ਼ ਜਿਹੜਾ ਹੈ ਕਿ ਜੇ ਮਰਜੀ ਆਕਾਸ਼ ਹੋਏ, ਜਿੱਧਰ ਨੂੰ ਮਰਜੀ ਤੁਰ ਪੈਂਦਾ ਹੈ ਉਹ। ਜਿਹੇ ਜੀ ਮਰਜੀ ਖੇਡ ਮਾਲਕ ਪਰਮਾਤਮਾ ਨੇ ਪਾਈ ਹੋਏ, ਜਿਹੇ ਮਰਜੀ ਜਿਹੜਾ ਹੈਗਾ ਔਕੜਾਂ ਹੋਣ, ਜਿਨ੍ਹਾਂ ਨੇ ਗੁਰੂ ਦਾ ਜਿਹੜਾ ਪੱਲਾ ਫੜਿਆ ਆ, ਉਹ ਜਿਹੜੇ ਹੈਗੇ ਬਚ ਜਾਂਦੇ ਆ। ਪੱਥਰ ਪਾਲਾ ਕਿਆ ਕਰੇ, ਖੁਸਰੇ ਕਿਆ ਕਰਵਾਸ। ਪੱਥਰ ਜਿਹੜਾ ਹੈਗਾ ਉਹਨੂੰ ਪਾਲਾ ਕੀ ਕਰ ਸਕਦਾ ਹੈ। ਪੱਥਰ ਨੂੰ ਜਿਨ੍ਹਾਂ ਦਾ ਮਲਾਹ ਸਾਵਧਾਨ ਆ, ਉਹਨਾਂ ਨੂੰ ਜਿਹੜੇ ਹੈਗੇ ਤੂਫਾਨ ਕੀ ਕਰ ਸਕਦੇ ਆ। ਖੁਸਰੇ ਕਿਆ ਕਰਵਾਸ, ਖੁਸਰਾ ਜਿਹੜਾ ਹੈਗਾ ਉਹਨੂੰ ਘਰ ਗ੍ਰਸਤੀ ਨਾਲ ਕੀ ਮਤਲਬ ਹੈਗਾ, ਉਹਨੂੰ ਘਰ ਗ੍ਰਸਤੀ ਕਿਵੇਂ ਚਿੰਬੜ ਸਕਦੀ ਆ। ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ। ਕਹਿੰਦੇ ਦੇਖ ਲਓ, ਜੇ ਅੰਦਰ ਜੋ ਕੁਛ ਇਨਸਾਨ ਦੇ ਹੈਗਾ, ਕਹਿੰਦੇ ਉਹ ਅੰਦਰ ਦੀ ਚੀਜ਼ ਨੇ ਪ੍ਰਗਟ ਹੋਣਾ ਹੈ ਭਾਈ। ਕੁੱਤੇ ਨੂੰ ਜਿਵੇਂ ਚੰਦਨ ਲਗਾ ਦਿਓ, ਅੰਦਰ ਜਿਹੜਾ ਹੈਗਾ ਉਹਦੀ ਧਾਤ, ਉਹਦੀ ਅੰਦਰ ਇਨਰ ਜਿਹੜਾ ਹੈਗਾ ਉਹ ਕੁੱਤੇ ਵਾਂਗੂ ਹੀ ਹੈਗਾ ਭਾਈ, ਲੱਭ ਹੀ ਹੈਗਾ ਉਹਦੇ ਅੰਦਰ। ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ, ਬੋਲਾ ਜੇ ਸਮਝਾਈਏ ਪੜ੍ਹੀਏ ਸਿਮਰਤ ਪਾਠ। ਕਹਿੰਦੇ ਭਾਈ ਜਿਹੜੇ ਇਨਸਾਨ ਜਿਹੜਾ ਹੈਗਾ, ਜਿਹਨੂੰ ਮਾਇਆ ਜਿਹੜੀ ਹੈਗੀ ਆ, ਮਾਇਆ ਨੇ ਆਪਣੇ ਪ੍ਰਭਾਵ ਦੇ ਥੱਲੇ, ਜਿਹਨੂੰ ਮਾਇਆ ਨੇ ਮੋਹਿਤ ਕੀਤਾ ਹੋਇਆ ਆ, ਜਿਹਨੂੰ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹ ਤਾਂ ਬੋਲਾ ਹੈਗਾ, ਉਹਨੇ ਨਹੀਂ ਸੁਣਨਾ, ਉਹਨੇ ਸਿਰਫ ਜਿਹੜਾ ਹੈਗਾ ਇਹ ਧਾਤ ਵਾਲੇ ਰਸਤੇ ਦੀ ਗੱਲ ਸੁਣਨੀ ਆ। ਬੋਲਾ ਜੇ ਸਮਝਾਈਏ ਪੜ੍ਹੀਏ ਸਿਮਰਤ ਪਾਠ। ਜਿਵੇਂ ਬੋਲੇ ਨੂੰ ਜਿੰਨਾ ਮਰਜ਼ੀ ਸਮਝਾ ਲਓ, ਜਿੰਨੇ ਮਰਜ਼ੀ ਧਾਰਮਿਕ ਉਪਦੇਸ਼, ਧਾਰਮਿਕ ਗ੍ਰੰਥ ਪੜ੍ਹ ਲਓ, ਉਹਨੇ ਨਹੀਂ ਸੁਣਨੇ। ਅੰਧਾ ਚਾਨਣ ਰੱਖੀਏ ਦੀਵੇ ਬਲੇ 50, ਅੰਨੇ ਦੇ ਅੱਗੇ ਚਾਨਣ ਰੱਖ ਦਿਓ, ਭਾਵੇਂ 50 ਦੀਵੇ ਬਾਲ ਦਿਓ ਪਾਏ, ਉਹਨੂੰ ਰਸਤਾ ਨਹੀਂ ਲੱਭਣਾ। ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ। ਕਹਿੰਦੇ ਜੇ ਬੱਗ ਨੂੰ ਜਿਹੜਾ ਹੈਗਾ ਚੌਣਾ ਕਹਿੰਦੇ ਆ, ਜਿਹੜੇ ਜਾਨਵਰ ਜਿਹੜੇ ਹੈਗੇ, ਕਹਿੰਦੇ ਇਹਨਾਂ ਨੂੰ ਜੇ ਆਪਾਂ ਮੱਝਾਂ ਗਾਵਾਂ ਨੂੰ ਇਹਨਾਂ ਨੂੰ ਜਿਹੜਾ ਹੈਗਾ ਸੋਨੇ ਦੇ ਗਹਿਣੇ ਪਾ ਦਈਏ, ਅਤੇ ਫਿਰ ਵੀ ਇਹਨਾਂ ਨੇ ਸੋਨੇ ਦੇ ਗਹਿਣੇ ਪਾ ਕੇ ਵੀ ਇਹਨਾਂ ਨੇ ਘਾਹ ਹੀ ਖਾਣਾ ਹੈ, ਖਾਏ ਚੁਣ ਚੁਣ ਕੇ। ਜੋ ਇਹਨਾਂ ਦੇ ਅੰਦਰ, ਜੋ ਇਹਨਾਂ ਦੀ ਜਿੱਥੇ ਇਹਨਾਂ ਦੀ ਖਿੱਚ ਹੈਗੀ, ਉਹਨਾਂ ਨੇ ਉਸੇ ਪਾਸੇ ਨੂੰ ਜਾਣਾ ਹੈ। ਬਾਹਰੋਂ ਜਿਹੜਾ ਹੈਗਾ ਜੋ ਮਰਜ਼ੀ, ਜਿੰਨਾ ਮਰਜ਼ੀ ਬਾਹਰੋਂ ਇਨਸਾਨ ਜਿਹੜਾ ਹੈਗਾ ਜਿੰਨਾ ਮਰਜ਼ੀ ਜਿਹੜਾ ਪਵਿੱਤਰ ਹੋ ਜਾਏ, ਜੋ ਮਰਜ਼ੀ ਬਾਹਰਲਾ ਦਿੱਖ ਹੋ ਜਾਏ ਇਨਸਾਨ ਦੀ, ਵੇਸ ਭੇਖ ਜੋ ਮਰਜ਼ੀ ਕਰ ਲੈ, ਲੋਹਾ ਮਾਰਨ ਪਾਈਏ ਢਾਹੇ ਨਾ ਹੋਏ ਕਪਾਸ। ਕਹਿੰਦੇ ਲੋਹਾ ਲੈ ਲਓ, ਲੋਹੇ ਨੂੰ ਜਿੰਨਾ ਮਰਜ਼ੀ ਜਿਹੜਾ ਹੈਗਾ ਗਰਮ ਕਰ ਲਓ, ਜਿੰਨਾ ਮਰਜ਼ੀ ਗਰਮ ਕਰਕੇ ਕੁੱਟੀ ਜਾਓ, ਕਹਿੰਦੇ ਉਹਨੇ ਕਪਾਹ ਤਾਂ ਹੋਣਾ ਨਹੀਂ ਆ, ਕਪਾਹ ਵਾਂਗੂ ਨਰਮ ਤਾਂ ਹੋਣਾ ਨਹੀਂ ਹੈ। ਨਾਨਕ ਮੂਰਖ ਏ ਗੁਣ ਬੋਲੇ ਸਦਾ ਵਿਨਾਸ਼। ਆ ਸਾਰੇ ਜਿਹੜੇ ਉੱਪਰ ਦੱਸੇ ਆ, ਇਹ ਮੂਰਖ ਦੇ ਗੁਣ ਆ ਭਾਈ। ਉਹ ਮੂਰਖ ਜਿਹੜਾ ਹੈਗਾ, ਜਿਹਦਾ ਦੂਸਰੇ ਪਾਸੇ ਨੂੰ ਹੈਗਾ,
ਜਿਹਦੀ ਖਿੱਚ ਜਿਹੜੀ ਹੈਗੀ ਆ ਉਹ ਮਾਇਆ ਵੱਲ ਆ, ਪਦਾਰਥਾਂ ਵੱਲ ਆ। ਔਰ ਜਿਹਨੇ ਨਹੀਂ ਇਸ ਪਾਸੇ ਨੂੰ ਜਿਹੜਾ ਇੰਟਰਸਟ ਹੈਗਾ ਉਹਦਾ, ਕਹਿੰਦੇ ਉਹਨੇ ਜਿਹੜਾ ਹੈਗਾ ਨਹੀਂ ਸੁਣਨੀ ਇਹ ਗੱਲ। ਉਹਨੇ ਹਮੇਸ਼ਾ ਜਿਹੜੀ ਆ ਵਿਨਾਸ਼ਕਾਰੀ ਗੱਲ ਹੀ ਕਰਨੀ ਆ, ਉਹਨੇ ਹਮੇਸ਼ਾ ਗਲਤ ਪਾਸੇ ਨੂੰ ਹੀ ਤੁਰਨਾ ਹੈਗਾ। ਮਹੱਲਾ ਪਹਿਲਾ। ਕਹਿਆ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਕਹਿੰਦੇ ਜੇ ਕਿਤੇ ਜਿਹੜਾ ਹੈਗਾ ਰੱਬ ਦੇ ਰਸਤੇ 'ਤੇ ਜਾ ਰਿਹਾ ਆ, ਇਨਸਾਨ ਜਿਹੜਾ ਹੈ ਭਗਤੀ ਕਰ ਰਿਹਾ ਆ, ਉਹਦੇ ਕੋਲੋਂ ਜਿਹੜਾ ਹੈਗਾ ਉਹ ਕੁਛ ਗਲਤ ਹੋ ਜਾਏ, ਕਿਤੇ ਜਿਹੜਾ ਹੈਗਾ ਉਹਦੀ ਵਿਘਨ ਪੈ ਜਾਏ, ਉਹਦੀ ਖਿੱਚ ਟੁੱਟ ਜਾਏ। ਕਹਿੰਦੇ ਕਹਿਆ ਕੰਚਨ ਟੁੱਟੈ ਸਾਰ। ਕਹਿਆ ਜਿਹੜਾ ਹੈਗਾ ਇੱਕ ਧਾਤ ਹੁੰਦੀ ਸੀਗੀ, ਕਹਿਆ ਜਿਹਦੇ ਛੰਨਾ ਜਿਹਾ ਬਣਦਾ ਸੀਗਾ, ਪਿੱਤਲ ਤੇ ਉਹਦਾ ਤਾਂਬੇ ਦਾ ਮਿਲ ਕੇ ਇਸ ਤਰ੍ਹਾਂ ਦੀ ਉਹਦੇ ਵਿੱਚ ਹੁੰਦੀ ਸੀਗੀ। ਕਹਿਆ ਕੰਚਨ ਟੁੱਟੈ ਸਾਰ। ਸਾਰ ਕਹਿੰਦੇ ਲੋਹਾ, ਕਹਿੰਦੇ ਲੋਹਾ ਵੀ ਟੁੱਟ ਜਾਏ, ਕਹਿਆ ਵੀ ਜਿਹੜਾ ਹੈਗਾ ਕਰੈਕ ਹੋ ਜਾਏ। ਅਗਨੀ ਗੰਢ ਪਾਏ ਲੋਹਾਰ। ਅੱਗ ਦੇ ਨਾਲ ਜਿਹੜਾ ਹੈਗਾ ਉਹਨੂੰ ਮੈਟਲ ਦੇ ਨਾਲ ਉਹਦਾ ਜਿਹੜਾ ਹੈਗਾ ਜੋੜ ਲਾ ਦਿੰਦਾ ਹੈ ਲੋਹਾਰ। ਇਹ ਭਾਂਡਿਆਂ ਨੂੰ, ਲੋਹੇ ਨੂੰ ਜੋੜ ਲੱਗ ਜਾਂਦਾ ਹੈ ਭਾਈ। ਐਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਜੇ ਕਿਤੇ ਰੱਬ ਦੇ ਰਸਤੇ ਦੇ ਉੱਤੇ ਜਿਹੜਾ ਹੈਗਾ ਮਾਇਆ ਜ਼ਿਆਦਾ ਮਾਇਆ ਪ੍ਰਭਾਵ ਪਾ ਗਈ, ਫਿਰ ਜਿਹੜਾ ਹੈਗਾ ਗੁਰੂ ਲੋਹਾਰ ਜਿਹੜਾ ਹੈਗਾ ਫਿਰ ਗੰਢ ਪਾ ਦਿੰਦਾ ਹੈ ਭਾਈ। ਮਹੱਲਾ ਪਹਿਲਾ। ਕਹਿਆ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਗੋਰੀ ਸੇਤੀ ਟੁੱਟੈ ਪਤਹਾਰ, ਪੁੱਤੀ ਗੰਢ ਪਵੇ ਸੰਸਾਰ। ਜਿਸ ਤਰੀਕੇ ਦੇ ਨਾਲ ਪਤੀ ਦਾ ਤੇ ਘਰਵਾਲੀ ਦਾ ਤੇ ਘਰ ਵਾਲੇ ਦਾ ਜਿਹੜਾ ਹੈਗਾ ਮੇਲ ਜਿਹੜਾ ਹੈਗਾ ਟੁੱਟ ਜਾਂਦਾ ਹੈ, ਪੁੱਤਾਂ ਦੇ ਕਾਰਨ ਜਿਹੜੀ ਹੈਗੀ ਸੰਸਾਰ ਦੇ ਵਿੱਚ ਫਿਰ ਜਿਹੜੀ ਹੈਗੀ ਉਹਨਾਂ ਦੀ ਗੰਢ ਪੈ ਜਾਂਦੀ ਹੈ। ਰਾਜਾ ਮੰਗੈ ਦਿੱਤੈ ਗੰਢ ਪਾਏ। ਰਾਜਾ ਜਿਹੜਾ ਹੈਗਾ ਮਹਿਸੂਲ ਜਿਹੜਾ ਹੈਗਾ ਕਰ ਮੰਗਦਾ ਹੈ ਤੇ ਰਿਆਇਆ ਜਿਹੜੀ ਦਿੰਦੀ ਹੈ, ਤੇ ਦਾਜ ਤੇ ਰਿਆਇਆ ਦੀ ਵਿੱਚ ਬਿਲਕੁਲ ਗੰਢ ਪਈ ਰਹਿੰਦੀ ਹੈ। ਭੁੱਖਿਆਂ ਗੰਢ ਪਵੇ ਜਾਂ ਖਾਏ। ਭੁੱਖਾ ਜਿਹੜਾ ਹੈਗਾ ਉਹਦੀ ਗੰਢ ਜਿਹੜੀ ਹੈਗੀ ਤਾਂ ਪੈਂਦੀ ਹੈ ਜੇ ਉਹਨੂੰ ਜਿਹੜੀ ਹੈਗੀ ਆ ਜੇ ਖਾਏ, ਜੇ ਪੇਟ 'ਚ ਰੋਟੀਆਂ ਪੈਣ ਤੇ। ਕਾਲਾ ਗੰਢ ਨਦੀਆਂ ਮੀਂਹ ਝੋਲ। ਕਾਲਾ ਕਹਿੰਦੇ ਕਾਲ ਪੈ ਗਿਆ ਹੋਏ ਕਿਤੇ, ਕਾਲ ਜਿਹੜਾ ਹੈਗਾ, ਕਾਲ ਨੂੰ ਗੰਢ ਕਿਵੇਂ ਪੈਂਦੀ ਆ ਜੇ ਨਦੀਆਂ ਦੇ ਵਿੱਚ ਜਿਹੜਾ ਹੈਗਾ ਖੂਬ ਜਿਹੜੀ ਹੈਗੀ ਮੀਂਹ ਆਏ, ਝੋਲ ਮਾਰ ਕੇ ਬਹੁਤ ਜ਼ਿਆਦਾ ਮੀਂਹ ਪੈ ਜਾਏ ਤੇ ਕਾਲ ਖਤਮ ਹੋ ਜਾਂਦਾ ਹੈ। ਗੰਢ ਪਰੀਤੀ ਮਿੱਠੇ ਬੋਲ। ਕਹਿੰਦੇ ਜੇ ਕਿਸੇ ਦੇ ਨਾਲ ਆਪਣੀ ਜਿਹੜੀ ਹੈਗੀ ਖੱਟ ਮਿੱਠ ਹੋਈ ਆ ਤੇ ਪ੍ਰੀਤ ਦੇ ਨਾਲ ਮਿੱਠੇ ਬੋਲ ਬੋਲਾਂਗੇ ਤੇ ਗੰਢ ਪੈ ਜਾਂਦੀ ਆ। ਫਿਰ ਵਾਪਸ ਜਿਹੜਾ ਹੈਗਾ ਇਨਸਾਨ ਦਾ ਪਿਆਰ ਪੈ ਜਾਂਦਾ ਹੈ, ਪ੍ਰੀਤ ਪੈ ਜਾਂਦੀ ਹੈ ਮਿੱਠੇ ਬੋਲਾਂ ਦੇ ਨਾਲ। ਬੇਦਾਂ ਗੰਢ ਬੋਲੇ ਸੱਚ ਕੋਏ। ਕਹਿੰਦੇ ਇਸੇ ਤਰੀਕੇ ਦੇ ਨਾਲ ਗਿਆਨ ਹੈਗੇ ਭਾਈ, ਵੇਦ ਹੈਗਾ, ਗਿਆਨ ਹੈਗਾ, ਗਿਆਨ ਦੇ ਨਾਲ ਗੰਢ ਪੈਂਦੀ ਹੈ ਜੇ ਸੱਚ ਕੋਈ ਸੱਚ ਨੂੰ ਬੋਲਦਾ ਆ। ਵੇਦਾਂ ਗੰਢ ਬੋਲੇ ਸੱਚ ਕੋਈ, ਜੇ ਕੋਈ ਸੱਚ ਬੋਲਦਾ ਹੈ ਤਾਂ ਵੇਦ ਦੇ ਨਾਲ, ਗਿਆਨ ਦੇ ਨਾਲ ਗੰਢ ਪੈ ਜਾਂਦੀ ਹੈ ਮਾਲਕ ਪਰਮਾਤਮਾ ਦੀ ਭਗਤੀ ਵੱਲ। ਮੂੰਹਾਂ ਗੰਢ ਨੇਕੀ ਸਤ ਹੋਏ। ਜੇ ਕੋਈ ਮਰ ਗਿਆ ਬੰਦਾ ਤੇ ਦੁਨੀਆ ਦੇ ਨਾਲ ਉਹਦੀ ਗੰਢ ਜਿਹੜੀ ਹੈਗੀ ਆ ਹੁੰਦੀ ਹੈ ਜੇ ਉਹਨੇ ਕੋਈ ਜਿਹੜੇ ਹੈਗੇ ਆ ਉਪਕਾਰ ਕੀਤੇ ਹੋਣ, ਨੇਕੀ ਕੀਤੀ ਹੋਏ, ਜੇ ਸੱਚੇ ਰਸਤੇ ਤੇ ਜਿਹੜਾ ਹੈਗਾ ਦਾਨ ਪੁੰਨ ਕੀਤੇ ਹੋਣ ਤਾਂ ਜਿਹੜਾ ਹੈਗਾ ਲੋਕੀ ਉਹਨੂੰ ਯਾਦ ਕਰਦੇ ਆ। ਏਤ ਗੰਢ ਵਰਤੈ ਸੰਸਾਰ। ਕਹਿੰਦੇ ਇਸ ਤਰੀਕੇ ਦੇ ਨਾਲ ਇਹ ਸੰਸਾਰ ਜਿਹੜਾ ਹੈਗਾ, ਸੰਸਾਰ ਦੀ ਕਾਰ ਵਿਹਾਰ ਜਿਹੜੀ ਹੈਗੀ, ਸੰਸਾਰ ਦੀ ਜਿਹੜੀ ਹੈਗੀ ਆ ਖੇਡ ਚੱਲ ਰਹੀ ਆ। ਮੂਰਖ ਗੰਢ ਪਵੇ ਮੂੰਹ ਮਾਰ। ਜਿਹੜਾ ਮੂਰਖ ਬੰਦਾ ਹੈਗਾ ਜਦ ਉਹਨੂੰ ਠੋਕਰ ਲੱਗਦੀ ਆ, ਮਾਰ ਪੈਂਦੀ ਆ, ਤਾਂ ਉਹ ਜਿਹੜਾ ਹੈਗਾ ਸਮਝਦਾ ਹੈ, ਉਹ ਬੋਲ ਦੇ ਨਾਲ ਨਹੀਂ ਸਮਝਦਾ। ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਆਖਰੀ ਦੇ ਵਿੱਚ ਮਹਾਰਾਜ ਨੁਕਤਾ ਦੇ ਰਹੇ ਪਹਿਲੀ ਪਾਤਸ਼ਾਹੀ। ਕਹਿੰਦੇ ਆਹ ਵਿਚਾਰਿਆ ਪਾਏ ਗਿਆਨ, ਇਹ ਸਾਰ ਤੱਤ ਤੈਨੂੰ ਦੱਸ ਰਿਹਾ ਆ ਕਿ ਪਰਮਾਤਮਾ ਦੀ ਸਿਫਤ ਕਰਨ ਦੇ ਨਾਲ,
ਉਸ ਮਾਲਕ ਪਰਮਾਤਮਾ ਦੇ ਦਰਬਾਰ ਦੇ ਵਿੱਚ ਮਾਲਕ ਦੇ ਨਾਲ ਗੰਢ ਪੈਂਦੀ ਹੈ ਭਾਈ। ਟੁੱਟਾ ਹੋਏ ਬੰਦੇ ਇਸ ਤਰੀਕੇ ਦੇ ਨਾਲ ਸਿਫਤ ਦੇ ਨਾਲ ਗੰਢੇ ਜਾਂਦੇ ਆ। ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਕੁਦਰਤ ਤੇ ਸ੍ਰਿਸ਼ਟੀ ਜਿਹੜੀ ਹੈਗੀ ਆ ਇਹ ਸਾਜੀ ਆ ਮਾਲਕ ਪਰਮਾਤਮਾ ਨੇ। ਇਹ ਜਿਹੜੀ ਹੈਗੀ ਆ ਇਹ ਮਾਲਕ ਨੇ ਰਚਨਾ ਕੀਤੀ ਹੈ ਇਸ ਕੁਦਰਤ ਦੀ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਮਾਲਕ ਪਰਮਾਤਮਾ ਆਪ ਇਹਦੀ ਪੂਰੀ ਦੀ ਪੂਰੀ ਦੇਖ ਰੇਖ ਇਹਦੀ ਵਿਚਾਰ ਉਹ ਮਾਲਕ ਪਰਮਾਤਮਾ ਸ੍ਰਿਸ਼ਟੀ ਦੀ ਕਰ ਰਿਹਾ ਹੈ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਕਹਿੰਦੇ ਦੋ ਟਾਈਪ ਦੇ ਹੈਗੇ ਜੀਵ ਜਿਹੜੇ ਹੈਗੇ, ਇੱਕ ਖੋਟੇ ਹੈਗੇ ਤੇ ਇੱਕ ਖਰੇ ਹੈਗੇ ਭਾਈ। ਇੱਕ ਨੈਗੇਟਿਵਿਟੀ ਜਿਹੜੀ ਹੈ ਮਾਇਆ ਦੇ ਰਸਤੇ ਤੇ ਤੁਰਨ ਵਾਲੇ ਹੈਗੇ ਧਾਤ ਵਾਲੇ, ਇੱਕ ਜਿਹੜੇ ਲਿਵ ਵਾਲੇ ਰਸਤੇ ਤੇ ਤੁਰਨ ਵਾਲੇ ਉਹ ਖਰੇ ਹੈਗੇ। ਦੋ ਹੀ ਹੈਗੇ ਭਾਈ, ਦੋ ਟਾਈਪ ਦੇ ਜੀਵ ਹੈਗੇ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਇੱਕ ਤਾਂ ਭੋਗੀ ਜੂ ਉਹਨਾਂ ਦੇ ਵਿੱਚ ਹੈ, ਉਹਨਾਂ ਦੀ ਗੱਲ ਨਹੀਂ, ਮਨੁੱਖਾਂ ਦੀ ਗੱਲ ਹੈਗੀ। ਦੋ ਟਾਈਪ ਦੇ ਹੈਗੇ, ਉਹਨਾਂ ਦੇ ਦੋ ਰਸਤੇ ਹੈਗੇ ਆ, ਇੱਕ ਖੋਟੇ ਤੇ ਇੱਕ ਖਰੇ। ਦੋ ਕੈਟਾਗਰੀਆਂ ਬਣਦੀਆਂ ਭਾਈ। ਖੋਟੇ ਜਿਹੜੇ ਹੈਗੇ ਉਹ ਧਰਮਰਾਜ ਦੇ ਕੋਲ ਜਾਂਦੇ, ਖਰੇ ਮਾਲਕ ਪਰਮਾਤਮਾ ਪਰਖਦਾ ਹੈ, ਪਰ ਪਰਮਾਤਮਾ ਦੇ ਖਜ਼ਾਨੇ 'ਚ ਆ ਜਾਂਦੇ ਆ ਭਾਈ। ਪੌੜੀ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਪਰਖਣ ਵਾਲਾ ਮਾਲਕ ਪਰਮਾਤਮਾ ਹੈਗਾ ਭਾਈ। ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਹਰ ਵਾਰ। ਖਰੇ ਜਿਹੜੇ ਆਪਣੇ ਖਜ਼ਾਨੇ 'ਚ ਪਾ ਲੈਂਦਾ, ਉਹਨਾਂ ਨੂੰ ਆਪਣੇ ਮਹਿਲ 'ਚ ਬੁਲਾ ਲੈਂਦਾ, ਉਹਨਾਂ ਨੂੰ ਇਹ ਜਨਮ ਮਰਨ ਦੇ ਗੇੜ 'ਚੋਂ ਦੁਨੀਆ ਤੋਂ ਜਿਹੜਾ ਹੈਗਾ ਕੱਢ ਲੈਂਦਾ। ਬਾਕੀ ਜਿਹੜੇ ਹੈਗੇ ਖੋਟੇ ਜਿਹੜੇ ਹੈਗੇ ਉਹਨਾਂ ਨੂੰ ਫਿਰ ਬਾਹਰ ਵਾਰ ਜਿਹੜਾ ਹੈਗਾ, ਬਾਹਰ ਵਾਰ ਜੋ ਖੇਡ ਚੱਲ ਰਹੀ ਹੈ, ਜੋ 84 ਲੱਖ ਜੂਨਾਂ ਹੈਗੀਆਂ ਉਹਦੇ ਵੱਲ ਨੂੰ ਜਿਹੜਾ ਹੈਗਾ ਜਾਣਾ ਪੈਂਦਾ ਹੈ। ਖੋਟੇ ਸੱਚੀ ਦਰਗੇ ਸੁੱਟੀਏ ਕਿਸੇ ਆਗੇ ਕਰੇ ਪੁਕਾਰ। ਹੁਣ ਮਾਲਕਾ ਤੇਰੀ ਖੇਡ ਹੈਗੀ ਆ ਇਹ, ਤੂੰ ਆਪਣੀ ਸੱਚੀ ਦਰਗਾਹ ਤੋਂ ਤਾਂ ਸੁੱਟ ਦਿੱਤਾ, ਖਜ਼ਾਨੇ 'ਚ ਪਾਇਆ ਨਹੀਂ ਆ, ਆਪਣੇ ਮਹਿਲ 'ਚ ਬੁਲਾਇਆ ਨਹੀਂ ਆ। ਹੁਣ ਉਹਨਾਂ ਦੇ ਕੋਲ ਕੀ ਆਪਸ਼ਨ ਹੈਗਾ ਮਾਲਕਾ? ਖੋਟੇ ਸੱਚੀ ਦਰਗੇ ਸੁੱਟੀਏ, ਸਾਡੇ ਕੋਲ ਕੀ ਆਪਸ਼ਨ ਹੈਗਾ? ਕਿਸੇ ਆਗੇ ਕਰੇ ਪੁਕਾਰ। ਕੀ ਕਰੀਏ ਅਸੀਂ, ਕਿਹਦੇ ਕੋਲ ਪੁਕਾਰ ਕਰੀਏ? ਸਤਿਗੁਰ ਪਿੱਛੇ ਭੱਜ ਪਵੇਂ ਇਹਾ ਕਰਨੀ ਸਾਰ। ਦੇਖ ਬ੍ਰਹਮ ਗਿਆਨ ਹੈਗਾ, ਬ੍ਰਹਮ ਗਿਆਨੀ ਹੈਗੇ, ਬ੍ਰਹਮ ਗਿਆਨੀ ਦੇ ਪਿੱਛੇ ਲੱਗ, ਸਤਿਗੁਰੂ ਦੇ ਪਿੱਛੇ ਲੱਗ। ਗਾਈਡ ਹੈਗੇ ਦੁਨੀਆ ਦੇ ਵਿੱਚ। ਸਤਿਗੁਰ ਪਿੱਛੇ ਭੱਜ ਪਵੇਂ ਇਹਾ ਕਰਨੀ ਸਾਰ। ਆਹੀ ਕਰ ਸਕਦੇ ਆ ਖੋਟੇ ਪਾਈ। ਸਤਿਗੁਰ ਪਿੱਛੇ ਭੱਜ ਪਵੇਂ ਇਹਾ ਕਰਨੀ ਸਾਰ। ਆਹੀ ਆਪਸ਼ਨ ਹੈ ਉਹਨਾਂ ਦੇ ਕੋਲ। ਨਹੀਂ ਤਾਂ ਫਿਰ ਦੂਸਰਾ ਜਿਵੇਂ ਜਿਹੜਾ ਚੱਲ ਰਿਹਾ ਹੈ ਉਵੇਂ ਹੀ ਚੱਲੀ ਜਾਣਾ ਹੈ ਭਾਈ, ਬਾਹਰ ਵਾਰ ਹੀ ਰਹਿਣਗੇ। ਸਤਿਗੁਰ ਖੋਟਿਆਂ ਖਰੇ ਕਰੇ ਸ਼ਬਦੇ ਸਵਾਰਨਹਾਰ। ਸਤਿਗੁਰੂ ਖੋਟਿਆਂ ਨੂੰ ਖਰੇ ਕਰੂਗਾ। ਸਤਿਗੁਰੂ ਇਸੇ ਵਾਸਤੇ ਸਤਿਗੁਰੂ ਦਾ ਐਗਜ਼ਿਸਟੈਂਸ ਹੈਗਾ ਭਾਈ। ਸਤਿਗੁਰ ਖੋਟਿਆਂ ਖਰੇ ਕਰੇ ਸ਼ਬਦੇ ਸਵਾਰਨਹਾਰ। ਸ਼ਬਦ ਦੇ ਨਾਲ ਸਵਾਰ ਲੈਣਾ ਹੈ ਭਾਈ ਉਹਨੇ, ਸਤਿਗੁਰੂ ਨੇ ਉਹਨੇ ਸ਼ਬਦ ਦੇ ਬਾਰੇ ਦੱਸਣਾ ਹੈ। ਉਹਨੇ ਕਹਿਣਾ ਅੰਦਰ ਵੜ, ਆਪਣੇ ਅੰਦਰ ਜਿਹੜਾ ਹੈਗਾ, ਅੰਦਰ ਖਾਤੇ ਜਿਹੜਾ ਹੈਗਾ ਆਪਣਾ ਸ਼ੋਰ ਬੰਦ ਕਰ, ਵਿਚਾਰ ਬੰਦ ਕਰ, ਤੇਰੇ ਅੰਦਰ ਸ਼ਬਦ ਪ੍ਰਗਟ ਹੋਏਗਾ। ਸ਼ਬਦ ਦੇ ਦੁਆਰਾ ਸ਼ਬਦ ਦੇ ਨਾਲ ਜੁੜ ਜਾ। ਆਹੀ ਕਰਨੀ ਸਾਰਿਆ ਪਿਆਰਿਆ। ਇਸੇ ਦੇ ਨਾਲ ਸਵਾਰਿਆ ਜਾਏਗਾ, ਇਸੇ ਦੇ ਨਾਲ ਖਰਾ ਹੋਏਗਾ। ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਪਿਆਰ। ਆਹੀ ਗੁਰੂ ਦਾ ਪ੍ਰੇਮ ਪਿਆਰ ਹੈ ਭਾਈ। ਇਹਦੇ ਦੁਆਰਾ ਸੱਚੀ ਦਰਗਾਹ 'ਚ ਤੂੰ ਵੀ ਖਰਾ ਹੋ ਜਾਏਗਾ, ਤੂੰ ਵੀ ਮੰਨਿਆ ਜਾਏਗਾ। ਫਿਰ ਗਣਤ ਤਿਨਾਂ ਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਕਹਿੰਦੇ ਉਹਨਾਂ ਦੀ ਕਾਹਦੀ ਗਿਣਤੀ ਮਿਣਤੀ ਹੈ? ਕੌਣ ਕਰ ਸਕਦਾ ਹੈ ਗਿਣਤੀ ਮਿਣਤੀ? ਜਿਨ੍ਹਾਂ ਨੂੰ ਮਾਲਕ ਪਰਮਾਤਮਾ ਨੇ ਬਖਸ਼ ਦਿੱਤਾ, ਖਰੇ ਦਾ ਸਰਟੀਫਿਕੇਟ ਦੇ ਦਿੱਤਾ ਜਿਨ੍ਹਾਂ ਨੂੰ, ਉਹਨਾਂ ਦੀ ਗਿਣਤੀ ਮਿਣਤੀ ਕੌਣ ਕਰ ਸਕਦਾ ਹੈ? ਸ਼ਲੋਕ ਮਹੱਲਾ ਪਹਿਲਾ। ਹਮ ਜ਼ੇਰ ਜ਼ਿਮੀ ਦੁਨੀਆ, ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਇਕਾ ਰਾਇਆ। ਹਮ ਜ਼ੇਰ ਜ਼ਿਮੀ, ਜ਼ਿਮੀ ਕਹਿੰਦੇ ਧਰਤੀ। ਹਮ ਜ਼ੇਰ ਅਸੀਂ ਸਾਰੇ ਜਿਹੜੇ ਹੈਗੇ ਦੱਬੇ ਹੋਏ ਹਾਂ। ਜ਼ੇਰ ਮਤਲਬ ਦੱਬੇ ਹੋਏ ਹਾਂ। ਜਿਮੀ ਮਤਲਬ ਧਰਤੀ।
ਸਾਰੀ ਦੁਨੀਆ ਪੀਰਾ ਮਸਾਇਕਾ ਰਾਇਆ, ਜਿਹੜੇ ਕੋਈ ਪੀਰ ਹੈਗੇ ਆ, ਕੋਈ ਮਸਾਇਕ ਹੈਗੇ ਆ, ਮਸ਼ੱਕਤ ਕਰਨ ਵਾਲੇ, ਰਾਇਆ ਰਾਜੇ ਹੈਗੇ, ਜਿਹੇ ਜੇ ਮਰਜ਼ੀ ਜਿਹੜੇ ਵੀ ਹੈਗੇ, ਭਾਵੇਂ ਦੁਨਿਆਵੀ ਰਾਜੇ ਹੋਣ, ਭਾਵੇਂ ਪੀਰ ਹੋਣ, ਭਾਵੇਂ ਜਿਹੜੇ ਹੈਗੇ ਜਿਹੜੇ ਵੀ ਹੈਗੇ, ਉਹਨਾਂ ਨੂੰ ਧਰਤੀ ਨੇ ਦੱਬ ਲੈਣਾ ਭਾਈ, ਹਮੇਸ਼ਾ ਵਾਸਤੇ ਦੁਨੀਆ ਦੇ ਵਿੱਚ ਨਹੀਂ ਰਹਿ ਸਕਦੇ। ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਇਕਾ ਰਾਇਆ, ਮੇਰਵਦ ਬਾਦਸ਼ਾਹ ਅਫਜ਼ੂ ਖੁਦਾਇਆ। ਮੇਰਵਦ ਹਮੇਸ਼ਾ ਰਹਿਣ ਵਾਲਾ ਜਿਹੜਾ ਹੈਗਾ ਕੌਣ ਆ? ਅਫਜ਼ੂ ਖੁਦਾਇਆ। ਖੁਦਾਇਆ ਮਾਲਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਆ। ਮੇਰਵਦ ਬਾਦਸ਼ਾਹ ਵੀ ਜਿਹੜੇ ਹੈਗੇ ਆ, ਉਹ ਵੀ ਜਿਹੜੇ ਹੈਗੇ ਚਲੇ ਜਾਣਗੇ ਭਾਈ। ਮੇਰਵਦ ਬਾਦਸ਼ਾਹ, ਜਿਹੜੇ ਵੀ ਬਾਦਸ਼ਾਹ ਹੈਗੇ ਉਹ ਵੀ ਨਹੀਂ ਰਹਿੰਦੇ। ਅਫਜ਼ੂ ਖੁਦਾਇਆ ਹਮੇਸ਼ਾ ਰਹਿਣ ਵਾਲਾ ਉਹ ਮਾਲਕ ਪਰਮਾਤਮਾ ਖੁਦਾ ਹੈਗਾ ਭਾਈ। ਇੱਕ ਤੂੰ ਹੀ, ਇੱਕ ਤੂੰ ਹੀ, ਉਹੀ ਇੱਕੋ ਉਹੀ ਮਾਲਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ। ਮਹੱਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਨਾ ਦੇਵਤੇ, ਨਾ ਦਾਨਵ ਰਾਖਸ਼, ਨਾ ਨਰ ਇਨਸਾਨ, ਨਾ ਸਿੱਧ ਸਾਧਕਾ ਧਰਾ, ਨਾ ਸਿੱਧ ਲੋਕੀ, ਨਾ ਸਾਧਕ ਲੋਕੀ ਧਰਤੀ ਤੇ ਪਰਮਾਨੈਂਟ ਹੈਗੇ। ਅਸਤ ਏਕ, ਅਸਤ ਮਤਲਬ ਜਿਹੜਾ ਹੈਗਾ ਇਹ ਨਹੀਂ ਕਿ ਸੱਤ ਨਹੀਂ ਹੈ ਜਿਹੜਾ ਝੂਠ ਆ, ਨਾ। ਅਸਤ ਦਾ ਮਤਲਬ ਹੱਡੀਆਂ ਵੀ ਹੁੰਦਾ ਹੈ, ਅਸਥੀਆਂ। ਅਸਤ ਦਾ ਮਤਲਬ ਜਿਹੜਾ ਹੈਗਾ ਅਸਤਿਤਵ ਵੀ ਹੁੰਦਾ ਹੈ। ਅਸਤ ਏਕ ਕਹਿੰਦੇ ਉਹਦਾ ਅਸਤਿਤਵ ਇੱਕ ਮਾਲਕ ਪਰਮਾਤਮਾ ਦਾ ਹੈਗਾ, ਦਿਗਰ ਕੋਈ ਹੋਰ ਦੂਸਰਾ ਨਹੀਂ, ਉਸ ਤੋਂ ਇਲਾਵਾ ਹੋਰ ਕੌਣ? ਇੱਕ ਤੂੰ ਹੀ, ਇੱਕ ਤੂੰ ਹੀ, ਇੱਕ ਤੂੰ ਹੀ ਆ ਮਾਲਕਾ, ਇੱਕ ਤੂੰ ਹੀ ਹੈਗਾ ਆ। ਮਹੱਲਾ ਪਹਿਲਾ। ਨਾ ਦਾਦੇ ਦਿਹਿੰਦ ਆਦਮੀ, ਨਾ ਸਪਤ ਜੇਰ ਜਿਮੀ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ। ਨਾ ਦਾਦੇ ਦਿਹਿੰਦ ਆਦਮੀ, ਦਾਦੇ ਕਹਿੰਦੇ ਆ ਇਨਸਾਫ, ਦਾਦ ਕਹਿੰਦੇ ਇਨਸਾਫ, ਦਿਹਿੰਦ ਕਹਿੰਦੇ ਕਰਨ ਵਾਲੇ, ਦੇਣ ਵਾਲੇ। ਜਿਹੜੇ ਜੱਜ ਹੈਗੇ ਆ ਕਹਿੰਦੇ ਉਹ ਵੀ ਹਮੇਸ਼ਾ ਨਹੀਂ ਰਹਿਣ ਵਾਲੇ ਭਾਈ। ਨਾ ਦਾਦੇ ਦਿਹਿੰਦ ਆਦਮੀ, ਦੁਨੀਆ ਦੇ ਵਿੱਚ ਜਿਹੜੇ ਇਨਸਾਫ ਕਰਦੇ ਆ ਉਹ ਵੀ ਹਮੇਸ਼ਾ ਨਹੀਂ ਰਹਿਣ ਵਾਲੇ। ਨਾ ਸਪਤ ਜੇਰ ਜਮੀ, ਨਾ ਜਿਹੜੇ ਹੈਗੇ ਸੱਤ ਪਤਾਲਾਂ ਵਾਲੀ ਜਿਹੜੀ ਹੈਗੀ ਧਰਤੀ। ਅਸਤ ਏਕ ਦਿਗਰ ਕੋਈ, ਕਹਿੰਦੇ ਇੱਕ ਮਾਲਕ ਪਰਮਾਤਮਾ ਸੱਤ ਹੈਗਾ ਭਾਈ, ਹੋਰ ਕੌਣ ਦੂਸਰਾ? ਹੋਰ ਕੋਈ ਸੱਤ ਨਹੀਂ ਹੈਗਾ। ਇੱਕ ਤੂੰ ਹੀ, ਇੱਕ ਤੂੰ ਹੀ, ਉਹੀ ਮਾਲਕ ਪਰਮਾਤਮਾ, ਉਹੀ ਤੂੰ ਹੀ ਸੱਤ ਹੈਗਾ। ਨਾ ਸੂਰ ਸਸ ਮੰਡਲੋ, ਦੇਖ ਲਓ, ਨਾ ਸੂਰਜ, ਨਾ ਚੰਦਰਮਾ, ਤੇ ਨਾ ਇਹ ਤਾਰਕਾ ਮੰਡਲ, ਜਿੰਨੇ ਵੀ ਪਲੈਨਟ ਜੋ ਦੇਖ ਰਹੇ ਆ ਦੁਨੀਆ ਦੇ ਵਿੱਚ, ਗ੍ਰਹਿ ਸਾਰੇ ਦੇ ਸਾਰੇ ਮੰਡਲ। ਨਾ ਸਪਤ ਦੀਪ ਨਹਿ ਜਲੋ, ਨਾ ਸੱਤ ਦੀਪ ਵਾਲੀ ਧਰਤੀ, ਤੇ ਨਾ ਪਾਣੀ। ਅੰਨ ਪਾਉਣ ਥਿਰ ਨਾ ਕੋਈ, ਨਾ ਅੰਨ ਤੇ ਨਾ ਹਵਾ, ਕੋਈ ਚੀਜ਼ ਸਥਿਰ ਨਹੀਂ, ਹਮੇਸ਼ਾ ਰਹਿਣ ਵਾਲੀ ਨਹੀਂ ਹੈਗੀ। ਇੱਕ ਤੂੰ ਹੀ, ਇੱਕ ਤੂੰ ਹੀ, ਇੱਕੋ ਮਾਲਕ ਪਰਮਾਤਮਾ ਹੀ ਹਮੇਸ਼ਾ ਰਹਿਣ ਵਾਲਾ ਆ। ਮਹੱਲਾ ਪਹਿਲਾ। ਨਾ ਰਿਜ਼ਕ ਦਸਤ ਆਕਸ ਹੈ, ਹਮਾਰਾ ਏਕ ਆਸ ਵਸੇ, ਕਹਿੰਦੇ ਨਾ ਰਿਜ਼ਕ ਜਿਹੜਾ ਹੈਗਾ, ਰਿਜ਼ਕ ਕਹਿੰਦੇ ਆ ਖਾਣਾ, ਜੋ ਦੇ ਰਿਹਾ, ਦਾਤਾਂ ਦੇ ਰਿਹਾ ਜੋ ਮਾਲਕ ਪਰਮਾਤਮਾ, ਰਿਜ਼ਕ ਜਿਹੜਾ ਹੈਗਾ। ਦਸ ਕਹਿੰਦੇ ਹੱਥ, ਆ ਕਸੇ ਮਤਲਬ ਕਿਸੇ ਹੋਰ ਦੇ ਹੱਥ ਦੇ ਵਿੱਚ ਹੈਗਾ, ਤੇਰੇ ਹੱਥ ਤੂੰ ਹੀ ਰਿਜ਼ਕ ਦੇਣ ਵਾਲਾ ਹੈਗਾ ਆ। ਹਮਾਰਾ ਏਕ ਆਸ ਵਸੇ, ਕਹਿੰਦੇ ਸਾਡਾ ਸਾਰਿਆਂ ਦੀ ਆਸ ਤੂੰ ਹੀ ਇੱਕ ਹੈਗਾ ਆ। ਵੀਰ ਜੀ ਉਹ ਕਰ ਲਿਆ ਨਸੂਰ ਸਸ ਮੰਡਲੋ? ਹਾਂਜੀ ਕਰ ਲਿਆ ਜੀ। ਅੱਛਾ ਠੀਕ ਹੈ। ਹਾਂਜੀ ਕਰ ਲਿਆ ਜੀ। ਅਸਤ ਏਕ ਦਿਗਰ ਕੋਈ, ਕਹਿੰਦੇ ਤੇਰੇ ਤੋਂ ਇਲਾਵਾ ਕਹਿੰਦੇ ਆ ਹੋਰ ਕੌਣ ਹਮੇਸ਼ਾ ਰਹਿਣ ਵਾਲਾ ਆ? ਤੂੰ ਹੀ ਹਮੇਸ਼ਾ ਰਹਿਣ ਵਾਲਾ ਆ, ਹੋਰ ਕੋਈ ਦਿਗਰ ਨਹੀਂ ਹਮੇਸ਼ਾ ਰਹਿ ਸਕਦਾ। ਏਕ ਤੂੰ ਹੀ, ਏਕ ਤੂੰ ਹੀ, ਤੂੰ ਹੀ ਹਮੇਸ਼ਾ, ਤੂੰ ਹੀ ਹਮੇਸ਼ਾ ਰਹਿਣ ਵਾਲਾ ਹੈ। ਮਹੱਲਾ ਪਹਿਲਾ।
ਹੁਣ ਇੱਥੇ ਗਿਆਨ ਦੇ ਰਹੇ ਮਹਾਰਾਜ, ਪਰੰਦੇ ਨਾ ਗਿਰਾਹ ਜਰ। ਕਹਿੰਦੇ ਦੇਖ ਲਾ ਪਿਆਰਿਆ, ਤੂੰ ਕਿਉਂ ਨਹੀਂ ਸੱਤ ਰਹਿ, ਤੂੰ ਕਿਉਂ ਨਹੀਂ ਹਮੇਸ਼ਾ ਰਹਿ ਰਿਹਾ, ਤੂੰ ਕਿਉਂ ਨਹੀਂ ਜਿਹੜਾ ਹੈਗਾ, ਤੂੰ ਕਿਉਂ ਜਿਹੜਾ ਹੈਗਾ ਬਾਰ-ਬਾਰ ਜੂਨਾ ਚਾਹੁੰਦਾ ਹੈ, ਬਾਰ-ਬਾਰ ਜਿਹੜਾ ਹੈਗਾ ਜਨਮ ਮਰਨ ਦੇ ਗੇੜ 'ਚ ਪਿਆ ਰਹਿਣਾ ਹੈ। ਕਹਿੰਦੇ ਤੈਨੂੰ ਮੋਹ ਹੈਗਾ, ਅਟੈਚਮੈਂਟ ਹੈਗਾ ਪਦਾਰਥਾਂ ਦਾ। ਪਰੰਦੇ ਨਾ ਗਿਰਾਹ ਜ਼ਰ। ਪਰੰਦੇ ਕਹਿੰਦੇ ਆ ਪਕਸ਼ੀ, ਪਕਸ਼ੀਆਂ ਦੀ ਗ੍ਰਿਫਤ ਦੇ ਵਿੱਚ, ਗਿਰਾਹ ਦੇ ਵਿੱਚ ਜਿਹੜਾ ਹੈਗਾ, ਪਕਸ਼ੀਆਂ ਦੇ ਕੋਲ ਕਹਿੰਦੇ ਕੋਈ ਹੈ, ਕੋਈ ਜਰ ਹੈਗੀ, ਕੋਈ ਧਨ ਦੌਲਤ ਹੈਗੀ, ਉਹਨਾਂ ਦੇ ਘੋਂਸਲੇ ਦੇ ਵਿੱਚ ਕੁਛ ਹੈਗਾ, ਉਹਨਾਂ ਦੇ ਕੋਲ ਕੋਈ ਚੀਜ਼ ਹੈਗੀ, ਉਹਨਾਂ ਦੇ ਕੋਲ ਜਿਹੜੀ ਹੈਗੀ ਉਹਨਾਂ ਨੇ ਰੱਖੀ ਹੋਏ ਉੱਥੇ ਖਾਣ ਦੀ ਚੀਜ਼ ਜਾਂ ਕੁਛ ਰੱਖੀ ਹੋਏ ਪਰਿੰਦਿਆਂ ਨੇ, ਕੋਈ ਸੋਨਾ ਚਾਂਦੀ ਰੱਖਿਆ ਹੋਇਆ ਉਹਨਾਂ ਨੇ, ਕੋਈ ਲਾਲਚ ਹੋਏ ਉਹਨਾਂ ਨੂੰ। ਪਰੰਦੇ ਨਾ ਗਿਰਾਹ ਜਰ, ਦਰਖਤ ਆਬ ਆਸ ਕਰ। ਦੇਖ ਉਹਨਾਂ ਦਾ ਤਾਂ ਦਰਖਤ ਹੈਗਾ ਤੇ ਪਾਣੀ ਹੈਗਾ ਭਾਈ, ਪਾਣੀ ਮਿਲ ਜਾਏ ਬਸ, ਤੇ ਦਰਖਤ ਦੇ ਉੱਤੇ ਜਿਹੜਾ ਹੈ ਜਿੱਥੇ ਰਾਤ ਪੈਂਦੀ ਹੈ ਉੱਥੇ ਦਰਖਤ ਤੇ ਟਿਕ ਜਾਂਦੇ ਆ ਜਾ ਕੇ। ਦਿਹੰਦ ਸੂਈ, ਏਕ ਤੂਈ ਏਕ ਤੂਹੀ। ਬਾਕੀ ਸਾਰੀ ਦੀ ਸਾਰੀ ਜਿਹੜੀ ਹੈਗੀ ਦ੍ਰਿਸ਼ਟੀ, ਜਿਹੜੀ ਹੈਗੀ ਜੋ ਕੁਛ ਵੀ ਹੈਗੀ, ਜੋ ਦਿਸ ਰਿਹਾ ਹੈਗਾ, ਉਹ ਤੂੰ ਹੀ ਹੈਗਾ ਮਾਲਕਾ, ਏਕ ਤੂੰ ਹੀ ਹੈਗਾ, ਤੂੰ ਹੀ ਹੈਗਾ। ਮਹੱਲਾ ਪਹਿਲਾ। ਨਾਨਕ ਲਿਲਾਰ ਲਿਖਿਆ ਸੋਏ। ਕਹਿੰਦੇ ਉਸ ਮਾਲਕ ਪਰਮਾਤਮਾ ਨੇ ਜੋ ਆਪਣੀ ਲਿਖਤ ਲਿਖ ਦਿੱਤੀ ਆ, ਮਿਟ ਨਾ ਸਾਕੇ ਕੋਈ ਉਹਨੂੰ ਮਿਟਾ ਨਹੀਂ ਸਕਦਾ, ਜੋ ਆਪਣੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਹੈ। ਕਲਾ ਧਰੈ ਹਿਰੈ ਸੂਈ। ਉਹੀ ਮਾਲਕ ਪਰਮਾਤਮਾ ਜਿਹੜਾ ਹੈਗਾ, ਇਹ ਸਾਰੇ ਜੀਵ ਜਿਹੜੇ ਹੈਗੇ, ਪੁਤਲੇ ਜਿਹੜੇ ਚੱਲਦੇ ਫਿਰਦੇ ਨਜ਼ਰ ਆ ਰਹੇ ਆ ਭਾਈ, ਇਹਨਾਂ ਦੇ ਵਿੱਚ ਕਲਾ ਉਸੇ ਮਾਲਕ ਪਰਮਾਤਮਾ ਦੀ ਕਲਾ ਹੈਗੀ, ਉਸੇ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਜੋਤ ਹੈਗੀ, ਉਹਦੇ ਨਾਲ ਕਲਾ ਦੇ ਨਾਲ ਜਿਹੜੀ ਮਾਲਕ ਦੀ ਪਾਵਰ ਦੇ ਨਾਲ ਸਾਰੇ ਤੁਰਦੇ ਫਿਰਦੇ ਆ ਭਾਈ। ਏਕ ਤੂੰ ਹੀ, ਉਹੀ ਮਾਲਕ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਆ। ਪੌੜੀ ਹੁਣ ਇੰਨੇ ਜਿਹੜੇ ਸ਼ਲੋਕ ਲੱਗੇ ਸੀ, ਆਹ ਪੌੜੀ ਆ ਗਈ ਭਾਈ ਪਹਿਲੀ ਪਾਤਸ਼ਾਹੀ ਦੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ। ਕਹਿੰਦਾ ਸੱਚਾ ਤੇਰਾ ਹੁਕਮ ਹੈਗਾ, ਜਿਹਦੇ ਵਾਸਤੇ ਤੂੰ ਸ੍ਰਿਸ਼ਟੀ ਬਣਾਈ ਆ, ਜਿਹੜੇ ਵਾਸਤੇ ਜਿਹੜਾ ਹੈਗਾ ਅਸੀਂ ਮਨੁੱਖਾਂ ਨੂੰ ਕੀ ਹੁਕਮ ਹੈਗਾ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ। ਗੁਰੂ ਤੋਂ ਪਤਾ ਲੱਗਦਾ ਹੈ, ਗਿਆਨੀਆਂ ਤੋਂ ਪਤਾ ਲੱਗਦਾ ਹੈ, ਬ੍ਰਹਮ ਗਿਆਨੀਆਂ ਤੋਂ ਪਤਾ ਲੱਗਦਾ ਹੈ ਉਸ ਮਾਲਕ ਪਰਮਾਤਮਾ ਦਾ ਹੁਕਮ। ਗੁਰਮਤੀ ਆਪ ਗਵਾਏ। ਆਇਆ ਗੁਰਮਤੀ ਪਾਈ, ਗੁਰੂ ਦੀ ਮੱਤ। ਕਹਿੰਦੇ ਗੁਰੂ ਦੀ ਮੱਤ ਲੈ ਕੇ ਆਪਣੀ ਹਉਮੈ ਨੂੰ ਗਵਾ ਦੇ, ਤੂੰ ਕੁਛ ਨਹੀਂ ਹੈਗਾ। ਇਹ ਉਹੀ ਆ ਮਾਲਕ ਪਰਮਾਤਮਾ। ਗੁਰਮਤੀ ਆਪ ਤੂੰ ਕਰਤਾ ਨਹੀਂ ਹੈਗਾ। ਗੁਰਮਤੀ ਆਪ ਗਵਾਏ, ਸੱਚ ਪਛਾਣਿਆ। ਸੱਚ ਨੂੰ ਤਾਂ ਪਛਾਣਿਆ ਜਾਂਦਾ ਹੈ ਭਾਈ। ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ। ਮਾਲਕ ਦਾ ਦਰਬਾਰ ਸੱਚ ਹੈਗਾ, ਹਮੇਸ਼ਾ ਰਹਿਣ ਵਾਲਾ ਆ। ਔਰ ਜੇ ਮਾਲਕ ਦੀ ਦਰਬਾਰ 'ਚ ਜਾਣਾ ਆ ਪਿਆਰਿਆ, ਤੇ ਸ਼ਬਦ ਦਾ ਨਿਸ਼ਾਨ ਹੋਣਾ ਚਾਹੀਦਾ ਤੇਰੇ ਕੋਲ, ਸ਼ਬਦ ਪ੍ਰਗਟ ਹੋਣਾ ਚਾਹੀਦਾ ਤੇਰੇ ਅੰਦਰ। ਸੱਚਾ ਸ਼ਬਦ ਵਿਚਾਰ, ਸੱਚ ਸਮਾਣਿਆ। ਬਸ ਆਹੀ ਗਿਆਨ ਗੁਰੂ ਦੀ ਮੱਤ ਲੈ ਲਾ, ਗੁਰਮੁਖ ਸਿਸਟਮ 'ਚ ਆ ਜਾ, ਸ਼ਬਦ ਨੂੰ ਪਛਾਣ ਲਾ, ਸ਼ਬਦ ਨੂੰ ਵਿਚਾਰ ਲਾ, ਸ਼ਬਦ ਨੂੰ ਪ੍ਰਗਟ ਕਰ ਲਾ। ਸੱਚਾ ਸ਼ਬਦ ਵਿਚਾਰ, ਸੱਚੇ ਸਮਾਣਿਆ, ਤਾਂ ਸੱਚ ਦੇ ਵਿੱਚ ਸਮਾ ਜਾਏਗਾ ਪਿਆਰਿਆ। ਮਨਮੁਖ ਸਦਾ ਕੁੜਿਆਰ ਭਰਮੈ ਭੁਲਾਣਿਆ। ਮਨ ਦੇ ਪਿੱਛੇ ਚੱਲਦਾ ਰਹੇਗਾ, ਨਹੀਂ ਗੁਰੂਮੁਖ ਸਿਸਟਮ 'ਚ ਆਏਗਾ, ਨਹੀਂ ਗੁਰੂ ਦੀ ਮੱਤ ਲਏਗਾ, ਨਹੀਂ ਆਪਣੇ ਆਪ ਨੂੰ ਗਵਾਏਗਾ, ਨਹੀਂ ਸੱਚੇ ਸ਼ਬਦ ਨੂੰ ਪਛਾਣੇਗਾ, ਨਹੀਂ ਇਹ ਨਿਸ਼ਾਨ ਲਏਗਾ ਪਾਏ, ਤੇ ਮਨ ਦੇ ਪਿੱਛੇ ਰਹੇਗਾ ਤੇ ਕੂੜਾ ਹੀ ਰਹੇਗਾ, ਭਰਮਾਂ ਦੇ ਵਿੱਚ ਭੁੱਲਿਆ ਹੀ ਰਹੇਗਾ। ਐਸੇ ਤਰੀਕੇ ਦੇ ਨਾਲ ਭੌਂਦਾ ਰਹੇਗਾ। ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ। ਤੇ ਫਿਰ ਦੇਖ ਲਾ ਪਿਆਰਿਆ, ਇਸੇ ਵਿਸ਼ੇ ਵਿਕਾਰਾਂ ਦੇ ਵਿੱਚ, ਵਿਸ਼ਟਾ ਦੇ ਵਿੱਚ ਹੀ ਐਸੇ ਤਰੀਕੇ ਦੇ ਨਾਲ ਵਾਸਾ ਰਹੂਗਾ, ਔਰ ਉਹ ਸਵਾਦ ਅੰਮ੍ਰਿਤ ਦਾ ਰਸ ਨਹੀਂ ਆਏਗਾ ਭਾਈ, ਨਹੀਂ ਜਾਣ ਪਾਏਗਾ। ਵਿਣ ਨਾਮੇ ਦੁੱਖ ਪਾਏ ਆਵਣ ਜਾਣਿਆ। ਨਾਮ ਤੋਂ ਬਗੈਰ ਦੁਖੀ ਹੁੰਦਾ ਰਹੇਗਾ ਔਰ ਆਉਂਦਾ ਜਾਂਦਾ ਰਹੇਗਾ। ਨਾਨਕ ਪਾਰਖ ਆਪ ਜਿਹਨੇ ਖੋਟਾ ਖਰਾ ਪਛਾਣਿਆ। ਪਾਰਖੂ ਮਾਲਕ ਪਰਮਾਤਮਾ ਹੈਗਾ ਭਾਈ, ਉਹਦੀ ਪਰਖ ਹੈਗੀ ਆ, ਉਹਦੇ ਤੋਂ ਕੋਈ ਛੁਪ ਨਹੀਂ ਸਕਦਾ। ਉਹ ਪਰਸਨਲੀ ਆਪ ਮਾਲਕ ਪਰਮਾਤਮਾ ਖਜ਼ਾਨੇ 'ਚ ਪਾਉਂਦਾ ਹੈ ਭਾਈ। ਖੋਟੇ ਖਰੇ ਦੀ ਉਹਨੂੰ ਪੂਰੀ ਪਛਾਣ ਹੈਗੀ ਆ। ਇਸ ਕਰਕੇ ਆਪਾਂ ਮਾਲਕ ਮਿਹਰ ਕਰੇ, ਆਪਾਂ ਜਿਹੜੇ ਹੈਗੇ
ਉਸ ਮਾਲਕ ਪਰਮਾਤਮਾ ਦਾ ਗੁਰੂ ਦੇ ਦੁਆਰਾ ਗੁਰਮੁਖ ਸਿਸਟਮ ਦੇ ਗੁਰੂਆਂ ਤੋਂ ਜਿਹੜੀ ਹੈ ਬ੍ਰਹਮ ਗਿਆਨ ਤੋਂ ਗੁਰੂ ਦੀ ਮੱਤ ਤੋਂ ਜਿਹੜੇ ਹੈਗੀ ਆ ਉਹਦਾ ਹੁਕਮ ਪਛਾਣੀਏ ਔਰ ਜਿਹੜੀ ਯਾਤਰਾ 'ਤੇ ਆਏ ਆ ਆਪਣੀ ਆਪ ਨੂੰ ਆਪਣੀ ਹਉਮੈ ਨੂੰ ਜਿਹੜਾ ਹੈਗਾ ਗਵਾਈਏ। ਇਹੀ ਬੇਨਤੀ ਹੈਗੀ ਭਾਈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਬੀਰ ਜੀ ਹਾਂਜੀ ਹਾਂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਸਾਹਿਬ ਜੀ ਕਿੱਦਾਂ ਆਪ ਠੀਕ ਠਾਕ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ। ਹਾਂਜੀ ਵੀਰ ਜੀ। ਹਾਂਜੀ ਹਾਂਜੀ ਆਪਾਂ 6 ਪੌੜੀਆਂ ਕੀਤੀਆਂ ਨੇ। ਹਾਂਜੀ ਇੱਕ ਤਾਂ 6ਵੀਂ ਪੌੜੀ ਦੇ ਅਖੀਰਲੇ ਸ਼ਲੋਕ ਵਿੱਚ ਜਿਹੜਾ ਜਾਨਵਰਾਂ ਦਾ ਸ਼ਲੋਕ ਲਿਆ ਜੀ। ਹਾਂਜੀ ਹਾਂਜੀ ਜਿਵੇਂ ਗੁਰਕੀ ਸਾਹਿਬ ਵੀ ਕੱਲ ਦੱਸ ਰਹੇ ਸੀਗੇ ਜੀ ਕਿ ਜਾਨਵਰ ਮਤਲਬ ਸਾਡੇ ਨਾਲੋਂ ਸਿਆਣੇ ਆ ਜੀ। ਬਿਲਕੁਲ ਸਹੀ ਗੱਲ ਹੈ। ਜੰਗਲ ਵਿੱਚ ਉਹਨਾਂ ਦਾ ਡਾਕਟਰ ਕੋਈ ਨਹੀਂ ਹੈ ਜੀ, ਉਹ ਬਿਮਾਰ ਨਹੀਂ ਹੁੰਦੇ ਜੀ। ਤੇ ਇਹਦੇ ਵਿੱਚ ਵੀ ਉਹੀ ਦੱਸਿਆ ਵੀ ਉਹਨਾਂ ਕੋਲੇ ਕਿਹੜੇ ਖਜ਼ਾਨੇ ਆ, ਕਿਹੜੇ ਭੰਡਾਰ ਆ ਜਿੱਥੇ ਉਹ ਜਮਾ ਕਰਦੇ ਆ ਜੀ। ਹਾਂ ਤੇ ਨਾ ਉਹ ਸਾਡੇ ਜਿੰਨੀ ਈਰਖਾ ਕਰਦੇ ਆ ਜੀ। ਉਹ ਬਿਲਕੁਲ ਸਹੀ ਗੱਲ ਹੈ। ਨਾ ਲੜਾਈ ਕਰਦੇ ਆ ਜੀ। ਕਿੰਨੇ ਹਜ਼ਾਰਾਂ ਦੇ ਝੁੰਡ ਦੇ ਨਾਲ ਉਹ ਇਕੱਠੇ ਚੱਲਦੇ ਆ ਜੀ। ਬਿਲਕੁਲ ਠੀਕ ਹੈ ਜੀ। ਤੇ ਮਤਲਬ ਟਾਈਮ ਸਿਰ ਉੱਠਦੇ ਆ ਜੀ। ਸਵੇਰੇ ਉੱਠ ਕੇ ਉਹ ਪ੍ਰਭੂ ਦਾ ਨਾਮ ਲੈਂਦੇ ਆ ਜੀ। ਬਿਲਕੁਲ ਸਹੀ ਗੱਲ ਹੈ। ਤੇ ਮਤਲਬ ਅਸੀਂ ਦੂਸਰਾ ਜਾਨਵਰਾਂ ਕੋਲੋਂ ਕੁਦਰਤ ਕੋਲੋਂ ਬਹੁਤ ਕੁਝ ਸਿੱਖ ਸਕਦੇ ਆ ਜੀ। ਕੁਦਰਤ ਕਿਵੇਂ ਚੱਲਦੀ ਆ ਜੀ। ਬਿਲਕੁਲ ਸਹੀ। ਉਹਦੇ ਹੁਕਮ ਸਾਰਾ ਕੁਝ ਚੱਲ ਰਿਹਾ ਜੀ। ਦੂਸਰਾ ਮੈਸੇਜ ਇਹ ਆ ਜੀ, ਇਹ ਸਾਰੇ ਜਿੰਨੇ ਵੀ ਤੁਸੀਂ ਇਹ ਪੌੜੀਆਂ ਦੇ ਸ਼ਲੋਕ ਕੀਤੇ ਆ ਜੀ, ਕਿ ਸਾਰਾ ਕੁਝ ਮੈਂ ਇੱਕ ਕੱਲ ਸ਼ਬਦ ਪਾਇਆ ਸੀਗਾ ਜੀ ਕਬੀਰ ਜੀ ਦਾ। ਹਾਂ ਚੱਚਾ ਰਚਿਤ ਚਿੱਤਰ ਹੈ ਭਾਰੀ, ਚਿੱਤਰ ਹੈ ਭਾਰੀ ਸਤ ਚਿੱਤਰੇ ਚੇਤੇ ਚਿਤਕਾਰੀ ਚਿੱਤਰ ਵਿਚਿੱਤਰ ਇਹ ਅਬ ਤੇਰਾ ਸਤ ਚਿੱਤਰੇ ਚਿੱਤਰੇ ਚਿੱਤਰੇ। ਪ੍ਰਮਾਤਮਾ ਦੀ ਜੋ ਜਿੰਨੀ ਵੀ ਕੁਦਰਤ ਆ ਜੀ, ਆਕਾਰ ਹੈ, ਸਾਰਾ ਕੁਝ ਇਹ ਉਹਨੇ ਚਿੱਤਰ ਬਣਾਇਆ ਜੀ। ਬਿਲਕੁਲ। ਤੇ ਇਹ ਚਿੱਤਰ ਹੀ ਮਾਇਆ ਹੈਗੀ ਆ ਜੀ। ਔਰ ਇਹੀ ਸਾਡਾ ਮਤਲਬ ਆਵਾਗੌਣ ਹੈਗਾ ਜੀ। ਇਹੀ ਸਾਡਾ ਭਵਜਲ ਹੈਗਾ ਜੀ ਬਸ। ਔਰ ਇਹ ਸਾਰੀ ਮਾਇਆ ਇਹ ਮਤਲਬ ਇਹ ਛਾਇਆ ਹੀ ਹੈ ਜੀ ਪ੍ਰਭੂ ਦੀ। ਤੇ ਇਹ ਖਤਮ ਹੋ ਜਾਣੀ ਹੈ ਜੀ ਬਿਲਕੁਲ। ਇਹ ਮਤਲਬ ਇਸ ਤਰ੍ਹਾਂ ਨੂੰ ਸਮਝੀਏ ਵੀ ਇਹ ਅਸਲੀਅਤ ਨਹੀਂ ਹੈ, ਇਹ ਅੱਜ ਹੈ ਤੇ ਕੱਲ ਨਹੀਂ ਹੋਣੀ ਜੀ। ਇਹ ਸਾਰੇ ਵਿੱਚ ਇਹੀ ਆ ਵੀ ਇਹਦੇ ਨਾਲ ਨਹੀਂ ਜੁੜਨਾ ਸੀ। ਸਿਰਫ ਜਿਹੜਾ ਇਹ ਬਣਾਉਣ ਵਾਲਾ ਇਹਦੇ ਪਿੱਛੇ ਚਿੱਤਰਕਾਰ ਆ ਜੀ, ਅਸੀਂ ਉਹਦੇ ਨਾਲ ਜੁੜੀਏ ਜੀ। ਅਸਲੀ ਉਹ ਆ ਬਿਲਕੁਲ ਜਿਹੜਾ ਪਰਦਾ ਪਿੱਛੇ। ਇਹ ਤਾਂ ਧੁੱਪ ਛਾਂ ਦੀ ਮਤਲਬ ਸਾਰੀ ਖੇਡ ਹੈਗੀ ਆ ਜੀ। ਤੇ ਪਰਦੇ ਤੇ ਫਿਲਮ ਚੱਲਦੀ ਆ, ਇਹ ਤਾਂ ਉਹੀ ਚੀਜ਼ ਆ ਜੀ। ਇਹ ਤਾਂ ਮਤਲਬ ਕਿ ਕਲਪਨਾ ਹੈਗੀ ਆ ਤੇ ਹੁਣ ਹੈਗੀ ਆ ਤੇ ਬੰਦਕ ਨੂੰ ਹੈ ਨੀ ਜੀ। ਫਿਲਮ ਦੇਖਦੇ ਆ ਅਸੀਂ, ਇਮੋਸ਼ਨਲ ਹੁੰਦੇ ਆ ਜੀ, ਰੋਂਦੇ ਵੀ ਆ, ਹੱਸਦੇ ਵੀ ਆ, ਆਪਣੇ ਆਪ ਨੂੰ ਇੱਕ ਪਾਰਟੀ ਵੀ ਬਣਾ ਲੈਂਦੇ ਆ ਜੀ। ਤੇ ਫਿਲਮ ਖਤਮ ਹੁੰਦੀ ਆ, ਕੁਛ ਵੀ ਨਹੀਂ ਹੁੰਦਾ, ਇਕੱਲਾ ਉਹ ਰਹਿ ਜਾਂਦਾ ਜੋ ਪਰਦਾ ਹੈ ਜੀ। ਪਰਦਾ ਮਤਲਬ ਚੱਲ ਉਹ ਹੀ ਰਹਿ, ਬਾਕੀ ਸਾਰਾ ਖੇਡ ਖਤਮ ਹੋ ਜਾਂਦਾ। ਤਾਂ ਹੀ ਕਹਿੰਦੇ ਚੱਲ ਚਿੱਤਰ ਹੈ ਜੀ, ਚੱਲ ਚਿੱਤਰ। ਮਤਲਬ ਇਹ ਅਸੀਂ ਇਹ ਬਹੁਤ ਵੱਡਾ ਮੈਸੇਜ ਹੈ ਜੀ। ਇੱਕ ਮੈਸੇਜ ਨੂੰ ਇਸ ਨੂੰ ਲੈ ਕੇ ਚੱਲ ਗਏ ਨਾ ਜੀ, ਯਾਦ ਰੱਖੀਏ ਮਤਲਬ ਸਾਨੂੰ ਇਹ ਇੱਕ ਬਹੁਤ ਸੋਹਣਾ ਮਾਰਗ ਮਿਲ ਸਕਦਾ ਜੀ। ਬਿਲਕੁਲ ਸਹੀ ਹੈ ਜੀ। ਅਸੀਂ ਪ੍ਰਭੂ ਦੇ ਰਸਤੇ ਤੇ ਚੱਲ ਸਕਦੇ ਹਾਂ। ਧੰਨਵਾਦ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ। ਵੀਰ ਜੀ ਵੱਡੀ ਗੱਲ ਇੱਕ ਮੈਂ ਨੋਟਿਸ ਕੀਤੀ ਆ ਵੀ ਗੁਰੂ ਸਾਹਿਬ ਹਿੰਦੂ, ਸਿੱਖ, ਈਸਾਈ, ਮੁਸਲਮਾਨ ਇਹ ਸਭ ਦਾ ਇਹਦਾ ਕੋਈ ਮਤਲਬ ਨਹੀਂ। ਪਰ ਦੇਖੋ ਸਾਰੀ ਦੁਨੀਆ ਕਿਵੇਂ ਇਸ ਦੇ ਵਿੱਚ ਗ੍ਰਸਤ ਹੋਈ ਪਈ ਆ। ਮੈਂ ਹਿੰਦੂ ਆ, ਮੈਂ ਸਿੱਖ ਆ, ਮੈਂ ਈਸਾਈ ਆ। ਮੈਨੂੰ ਤਾਂ ਇਹ ਬਹੁਤ ਵੱਡੀ ਗੱਲ ਲੱਗੀ ਆ ਜੀ ਬਈ ਇਹ ਕੁਛ ਨਹੀਂ ਹੈਗਾ। ਪਰ ਦੇਖੋ ਬੋਲਬਾਲਾ ਸਾਰਾ ਦੁਨੀਆ ਦੇ ਵਿੱਚ ਇਸੇ ਦਾ ਹੀ ਆ, ਧਰਮ ਦਾ ਹੀ ਸਾਰਾ ਕੁਛ। ਔਰ ਦੇਖੋ ਇਹਦੇ ਵਿੱਚ ਜਿਹੜੇ ਹੈਗੇ ਪਹਿਲੀ ਪਾਤਸ਼ਾਹੀ ਦਾ ਗਿਆਨ ਲੈ ਰਹੇ ਆ। ਔਰ ਪਹਿਲੀ ਪਾਤਸ਼ਾਹੀ ਆਪਾਂ ਨੂੰ ਜਿਹੜੀ ਹੈਗੀ ਮੁਸਲਮਾਨ ਜਿਹੜਾ ਹੈਗਾ ਮੁਸਲਮਾਨ ਦੇ ਗੁਣ ਦੱਸ ਰਹੀ ਹੈ ਵੀ ਮੁਸਲਮਾਨ ਕਿਉਂ ਬਣਨਾ ਹੈ। ਆ ਦੇਖ ਲਓ ਬੰਦ ਕਰ ਲੈਣ ਮਾਈਕ ਜੀ। ਹਾਂਜੀ ਹਾਂਜੀ ਹਾਂਜੀ। ਇਹ ਤਾਂ ਧਰਮ ਹੈ ਹੀ ਨਹੀਂ ਜੀ ਵੀਰ ਜੀ। ਇਹ ਧਰਮ ਨਹੀਂ, ਇਹ ਬਾਹਰਲਾ ਧਰਮ ਆ ਜੀ।
ਤੇ ਜਾਂ ਤੁਸੀਂ ਅਧਰਮ ਕਹਿ ਸਕਦੇ ਹੋ। ਅਸਲੀ ਧਰਮ ਤਾਂ ਇੱਕੋ ਹੀ ਆ ਜੀ, ਜਿਵੇਂ ਮੁਸਲਮਾਨ ਦਾ ਦੱਸਿਆ ਜੀ ਕੱਲ ਕਿਵੇਂ ਬਣਨਾ, ਮਤਲਬ ਤੁਹਾਡੇ ਅੰਦਰੋਂ ਉਹ ਗੁਣ ਹੋਣੇ ਚਾਹੀਦੇ ਆ ਜੀ। ਤੁਸੀਂ ਫੇਰ ਹੀ ਸਿੱਖ ਹੋ, ਫੇਰ ਹੀ ਮੁਸਲਮਾਨ ਹੋ, ਫੇਰ ਹੀ ਈਸਾਈ ਆ ਜੀ। ਤੇ ਬਾਣੀ ਵਿੱਚ ਤਾਂ ਇੰਨਾ ਕੁਛ ਕਲੀਅਰ ਦੱਸਿਆ। ਬਾਹਰ ਦਾ ਹੁਣ ਮੁਸਲਮਾਨ ਜਿਹੜੇ ਸਿੱਖ ਆ ਮਜ਼ਹਬ, ਇਹ ਮਜ਼ਹਬਾਜ਼ੀ ਬਣਾਏ, ਇਹ ਤਾਂ ਫਿਰਕਿਆ। ਇਹ ਤਾਂ ਜਿੰਨੀ ਲੜਾਈਆਂ ਇਹਨਾਂ ਦੇ ਵਿੱਚ ਹੁੰਦੀਆਂ ਹੋਰ ਕਿਸੇ ਕਾਰਨ ਹੁੰਦੀਆਂ ਨਹੀਂ ਹੈਗੀਆਂ। ਬਸ ਬਿਲਕੁਲ ਸਹੀ ਗੱਲ ਆ। ਹਾਂਜੀ, ਕਿਉਂਕਿ ਇਹ ਤਾਂ ਮਾਇਆ ਚ ਫਸੇ ਆ ਜੀ ਲੋਕ, ਹੰਕਾਰ ਚ ਫਸੇ ਆ। ਆਪੋ ਆਪਣਾ ਮਤਲਬ ਰੱਬ ਬਣਾ ਲਿਆ, ਆਪੋ ਆਪਣਾ ਧਰਮ। ਧਰਮ ਤਾਂ ਹੈ ਹੀ ਨਹੀਂ। ਧਰਮ ਤਾਂ ਇੱਕੋ ਹੀ ਆ ਜੀ, ਪ੍ਰਭੂ ਨਾਲ ਜੁੜਨਾ, ਉਹਦਾ ਨਾਮ ਜਪਣਾ। ਜਿਹੜਾ ਧਰਮੀ ਹੋਊਗਾ ਨਾ, ਜਿਹੜਾ ਧਰਮ ਉਸ ਧਰਮ ਨੂੰ ਪਛਾਣ ਲਊਗਾ ਤੇ ਫਿਰ ਉਹ ਜਿਹੜਾ ਹੈਗਾ ਲੜੂਗਾ ਨਹੀਂ। ਇਹ ਅਗਿਆਨਤਾ ਦਾ ਧਰਮ ਹੈਗਾ, ਜਿਹੜਾ ਜਿਹਦੇ ਨਾਲ ਕਿ ਆਪਾਂ ਆਪਸ ਦੇ ਵਿੱਚ ਜਿਹੜੇ ਕਹਿ ਰਹੇ ਹਾਂ। ਉਹ ਸਿੱਖ ਵੀ ਸਮਝੂਗਾ ਜੀ, ਆਪਣੇ ਆਪ ਨੂੰ ਮੁਸਲਮਾਨ ਵੀ ਸਮਝੂਗਾ, ਉਹਦੇ ਵਾਸਤੇ ਸਾਰੇ ਬਰਾਬਰ ਹੈ। ਬਿਲਕੁਲ ਠੀਕ ਹੈ ਜੀ। ਵਾਹਿਗੁਰੂ